पहला तो सुनिया नहीं होना लेडीज 'ਚ ਜਿਹੜਾ ਫੇਫੜੇ ਦਾ ਕੈਂਸਰ ਬਹੁਤ ਘੱਟ ਹੁੰਦਾ ਸੀ ਜੀ ਲੇਕਿਨ ਹੁਣ ਦੇਖੋ ਤੁਸੀਂ ਕਿ ਲੇਡੀਜ਼ ਦੇ ਵਿੱਚ ਵੀ ਲੰਗਸ ਦਾ ਕੈਂਸਰ ਪਾਇਆ ਜਾਂਦਾ ਹੈ। ਜਿਹੜੀ ਨਾਰਮਲ ਆਪਾਂ ਜਿੱਦਾਂ ਨਾਰਮਲ ਸਾਹ ਲੈ ਰਹੇ ਹਾਂ ਜੀ ਆਪਾਂ ਨੂੰ ਪਤਾ ਵੀ ਨਹੀਂ ਚੱਲਦਾ ਆਪਣਾ ਸਾਹ ਅੰਦਰ ਜਾ ਰਿਹਾ ਬਾਹਰ ਜਾ ਰਿਹਾ ਜੀ ਪਰ ਜਦੋਂ ਨਾਲੀ ਸੁੰਗੜ ਜਾਂਦੀ ਹੈ ਫਿਰ ਸਾਹ ਅੰਦਰ ਔਖਾ ਜਾਏਗਾ ਜੀ ਕਈ ਵਾਰ ਸੀਟੀਆਂ ਦੀ ਉਸੇ ਕਰਕੇ ਆਵਾਜ਼ ਆਉਂਦੀ ਜੀ ਇਸ ਤਰ੍ਹਾਂ ਜੀ ਕਰੇਗੀ ਬਿਲਕੁਲ ਵੀਜ਼ਿੰਗ ਆਪਾਂ ਨੂੰ ਕਹਿੰਦੇ ਆ ਸੀਟੀਆਂ ਦੀ ਆਵਾਜ਼ ਆਉਂਦੀ ਹੈ ਸਾਹ ਬਿਲਕੁਲ ਹੀ ਬੰਦਾ ਕਹਿੰਦਾ ਕਿ ਛਾਤੀ ਦਰਦ ਵੀ ਹੋ ਜਾਂਦੀ ਹੈ ਜੀ ਸਾਹ ਇੰਨਾ ਔਖਾ ਹੋ ਜਾਂਦਾ ਕਿ ਬੰਦਾ ਕਈ ਵਾਰੀ ਜਿੱਦਾਂ ਤੁਸੀਂ ਕਈ ਪਿਕਚਰ ਨੇ ਦੇਖਿਆ ਹੋਣਾ ਫਟਾਫਟ ਨਹੀਂ ਲੈ ਲੈਂਦੇ ਜੀ ਬਿਲਕੁਲ ਤਾਂ ਕਿ ਉਹ ਸਾਹ ਇੱਕ ਵਾਰੀ ਫੇਫੜਾ ਖੁੱਲ ਜਾਏ ਜੀ ਬੜੀ ਵਾਰੀ ਜ਼ਿਕਰ ਕਰਦਾ ਕਿ ਜਿਹੜੀ ਸਿਗਰਟ ਬੰਦਾ ਇੱਕ ਵੀ ਪੀਂਦਾ ਨਾ ਪਹਿਲਾਂ ਤਾਂ ਜਵਾਨ ਹੁੰਦਾ ਜੀ ਮਾਈਕਰੋ ਸੈਲਸ ਹੁੰਦੇ ਆ ਛੋਟੇ ਛੋਟੇ ਉਹ ਛੋਟੇ ਛੋਟੇ ਸੈੱਲਾਂ ਨੂੰ ਡਿਸਟਰੋਏ ਕਰਦੀ ਹੈ ਸਿਗਰਟ ਜਿਹੜੀ ਨੂੰ ਬਰਨ ਕਰਦੀ ਜੀ ਸੈੱਲ ਉਹ ਫਿਰ ਲੇਟ ਏਜ ਤੇ ਇੰਨੇ ਕੁ ਜ਼ਿਆਦਾ ਡੈਮੇਜ ਹੋ ਜਾਂਦੇ ਆ ਕਿ ਫੇਫੜੇ ਦੇ ਵਿੱਚ ਪਰਮਾਨੈਂਟ ਡੈਮੇਜ ਕਰਦੇ ਤਾਂ ਹੀ ਆਪਾਂ ਕਰੋਨਿਕ ਕਹਿੰਦੇ ਜੀ ਸਟੱਡੀਜ਼ ਕਹਿੰਦੀਆਂ ਕਿ ਜਿਹੜੇ ਬੰਦੇ ਨੇ ਇੱਕ ਪੈਕ ਡੇਲੀ ਦਾ ਜੀ ਸਿਗਰਟ ਦਾ ਇੱਕ ਪੈਕ 20 ਸਾਲ ਲਗਾਤਾਰ ਪੀ ਲਿਆ ਤਾਂ 90% ਉਹਨੂੰ ਚਾਂਸ ਆ ਕਿ ਉਹਨੂੰ ਫੇਫੜੇ ਦਾ ਕੈਂਸਰ ਹੋ ਜਾਵੇ। ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਇਨਸਾਨ ਇੰਨਾ ਜ਼ਿਆਦਾ ਬਿਜ਼ੀ ਹੋ ਚੁੱਕਾ ਹੈ ਕਿ ਉਹਨੂੰ ਬਹੁਤ ਸਾਰੀਆਂ ਬਿਮਾਰੀਆਂ ਆਣ ਘੇਰਦੀਆਂ ਨੇ ਔਰ ਖਾਸ ਤੌਰ ਤੇ ਸਾਹ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਨੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਤੇ ਉਹਨਾਂ ਦੇ ਨਾਲ ਨਾਲ ਬੱਚਿਆਂ ਨੂੰ ਵੀ ਲੱਗ ਰਹੀਆਂ ਨੇ। ਕੀ ਹੈ ਦਮਾ ਔਰ ਕਿਵੇਂ ਇਸ ਤੋਂ ਬਚ ਸਕਦੇ ਹਾਂ, ਕੀ ਹੈ ਇਸ ਦਾ ਇਲਾਜ ਔਰ ਕਿਵੇਂ ਅਸੀਂ ਇਸ ਨੂੰ ਠੀਕ ਕਰ ਸਕਦੇ ਹਾਂ, ਇਸ ਸਭ ਬਾਬਤ ਅੱਜ ਅਸੀਂ ਗੱਲਬਾਤ ਕਰਨ ਦੇ ਵਾਸਤੇ ਪਹੁੰਚੇ ਹਾਂ ESI ਹਸਪੀਟਲ ਜਲੰਧਰ ਦੇ ਵਿੱਚ, ਜਿੱਥੇ ਅਸੀਂ ਗੱਲਬਾਤ ਕਰਾਂਗੇ ਸੀਨੀਅਰ ਮੈਡੀਕਲ ਆਫਿਸਰ ਡਾਕਟਰ ਨਰੇਸ਼ ਬਟਲਾ ਜੀ ਦੇ ਨਾਲ। ਜਾਣਾਂਗੇ ਉਹਨਾਂ ਦੇ ਕੋਲੋਂ ਕਿ ਕਿਵੇਂ ਅਸੀਂ ਇਸ ਤੋਂ ਬਚ ਸਕਦੇ ਹਾਂ। ਰੌਣਕ ਪੰਜਾਬ ਦੀ ਵੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਡਾਕਟਰੀ ਸਲਾਹ ਦੇ ਵਿੱਚ। ਮੈਂ ਹਾਂ ਨੀਤੂ। ਕਹਿੰਦੇ ਨੇ ਕਿ ਇੱਕ ਸਮਾਂ ਸੀ ਜਦੋਂ ਅਕਸਰ ਲੋਕ ਕਹਿੰਦੇ ਹੁੰਦੇ ਸੀ ਕਿ ਬਈ ਇਹ ਬਜ਼ੁਰਗ ਹੋ ਗਿਆ, ਇਹ 60 ਸਾਲ ਦਾ ਜਾਂ 70 ਸਾਲ ਦਾ ਹੋ ਗਿਆ ਤੇ ਇਹਨੂੰ ਸਾਹ ਦੀ ਪ੍ਰੋਬਲਮ ਹੋ ਗਈ ਹੈ। ਅੱਜ ਦੇ ਦੌਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸਾਹ ਦੀ ਜਿਹੜੀ ਬਿਮਾਰੀ ਹੈ, ਜਿਹੜਾ ਦਮਾ ਜਿਹਨੂੰ ਅਕਸਰ ਅਸੀਂ ਕਹਿੰਦੇ ਹਾਂ, ਉਹ ਸਿਰਫ ਬਜ਼ੁਰਗਾਂ ਦੇ ਵਿੱਚ ਨਹੀਂ ਬਲਕਿ ਜਵਾਨ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਵੀ ਪਾਇਆ ਜਾਂਦਾ ਹੈ। ਔਰ ਉਹਨਾਂ ਤੋਂ ਉੱਪਰ ਜੇ ਅਸੀਂ ਗੱਲ ਕਰੀਏ ਤਾਂ ਬੱਚਿਆਂ ਦੇ ਵਿੱਚ ਵੀ ਇਸ ਚੀਜ਼ ਨੂੰ ਦੇਖਿਆ ਗਿਆ ਹੈ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਦਮਾ ਹੈ ਕਿ ਕਿਵੇਂ ਹੁੰਦਾ ਹੈ, ਕੀ ਇਸ ਦੇ ਲੱਛਣ ਨੇ, ਕਿਵੇਂ ਇਸ ਨੂੰ ਡਾਇਗਨੋਸ ਕੀਤਾ ਜਾਂਦਾ ਤੇ ਕੀ ਇਹਦੇ ਬਚਾਅ ਨੇ, ਇਸ ਸਭ ਦੇ ਬਾਰੇ ਗੱਲਬਾਤ ਕਰਨ ਦੇ ਵਾਸਤੇ ਅੱਜ ਅਸੀਂ ਆਏ ਹਾਂ ਸੀਨੀਅਰ ਮੈਡੀਕਲ ਆਫਿਸਰ ਨਰੇਸ਼ ਬਟਲਾ ਜੀ ਦੇ ਕੋਲ। ਇਹ ESI ਹਸਪੀਟਲ ਦੇ ਵਿੱਚ ਨੇ ਤੇ ਇੱਥੇ ਆਪਣੀਆਂ ਸੇਵਾਵਾਂ ਪਿਛਲੇ ਲੰਬੇ ਸਮੇਂ ਤੋਂ ਦੇ ਰਹੇ ਨੇ। ਡਾਕਟਰ ਸਾਹਿਬ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਸਰ। ਤੁਹਾਡਾ ਵੀ ਧੰਨਵਾਦ ਜੀ, ਬਹੁਤ ਬਹੁਤ ਮੈਂ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਇਸ ਚੈਨਲ ਤੇ ਜੁੜੇ ਹਨ ਰੌਣਕ ਪੰਜਾਬ ਦੀ ਦੇ ਵਿੱਚ ਜੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਪੁੱਛਾਂਗੇ ਕਿ ਸਾਹ ਦੀਆਂ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਅਕਸਰ ਆਮ ਲੋਕਾਂ ਨੂੰ ਹੋ ਜਾਂਦੀਆਂ ਨੇ? ਦੇਖੋ ਜੀ, ਸਾਹ ਦੀ ਤਕਲੀਫਾਂ ਦੇਖਿਆ ਜਾਏ ਤਾਂ ਬੰਦੇ ਦੀ ਜ਼ਿੰਦਗੀ ਸਾਹ ਨਾਲ ਤਾਂ ਜੁੜੀ ਹੈ ਜੀ। ਜੇ ਸਾਹ ਆ ਗਿਆ ਤਾਂ ਬੰਦਾ ਜ਼ਿੰਦਾ ਹੈ, ਨਹੀਂ ਆਇਆ ਤਾਂ ਬੰਦਾ ਜ਼ਿੰਦਾ ਨਹੀਂ ਹੈ ਜੀ। ਸੋ ਹਰ ਚੀਜ਼ ਦੀ ਜਿਹੜਾ ਸ਼ੁਰੂਆਤ ਹੈ ਸਾਹ ਤੋਂ ਹੀ ਹੁੰਦੀ ਹੈ ਜੀ। ਤਾਂ ਸਾਹ ਦੀ ਤਕਲੀਫਾਂ ਜਿੱਦਾਂ ਤੁਸੀਂ ਕਿਹਾ ਕਿ ਪਹਿਲਾਂ ਸੋਚਿਆ ਜਾਂਦਾ ਸੀ ਬਜ਼ੁਰਗਾਂ 'ਚ ਹੋਣ ਜੀ, ਕਿਉਂਕਿ ਪਹਿਲਾਂ ਜਿਹੜਾ ਸਮਾਂ ਹੁੰਦਾ ਸੀ ਨਾ ਉਹ ਬੜਾ ਵਧੀਆ ਸਮਾਂ ਹੁੰਦਾ ਸੀ। ਐਟਮੋਸਫੀਅਰ 'ਚ ਇੰਨੀ ਪੋਲਿਊਸ਼ਨ ਨਹੀਂ ਹੁੰਦੀ ਸੀ, ਇੰਨੀ ਪਾਪੂਲੇਸ਼ਨ ਨਹੀਂ ਸੀ ਤੇ ਖਾਣ ਪੀਣ ਬੜਾ ਵਧੀਆ ਸੀਗਾ, ਖੁੱਲੀ ਹਵਾ ਸੀ, ਲੋਕ ਸੈਰ ਕਰਦੇ ਸੀ, ਜਿਹੜੀ ਇੱਕ ਜੀਵਨ ਸ਼ੈਲੀ ਸੀ ਬੜੀ ਵਧੀਆ ਜਿਹੀ ਜੀਵਨ ਸ਼ੈਲੀ ਸੀ ਜੀ। ਪਰ ਹੁਣ ਜਿੱਦਾਂ ਜਿੱਦਾਂ ਮਕੈਨਿਕ ਯੁੱਗ ਵਧਿਆ ਵਾ ਤੇ ਤੁਸੀਂ ਦੇਖੋ ਕਿ ਸੜਕ ਤੇ ਚੱਲਣਾ ਹੀ ਬੜਾ ਮੁਸ਼ਕਿਲ ਹੈ ਜੀ। ਇੰਨੀਆਂ ਗੱਡੀਆਂ, ਇੰਨੇ ਵਹੀਕਲ ਹੈ ਤੇ ਪੋਲਿਊਸ਼ਨ ਇੰਨੀ ਜ਼ਿਆਦਾ ਵਾ ਤੇ ਸਮੋਕਿੰਗ ਦੇਖੋ, ਪਹਿਲਾਂ ਕਿਹੜੇ ਇੰਨੇ ਸਿਗਰਟਾਂ ਪੀਂਦੇ ਸੀ, ਹੁਣ ਸਿਗਰਟ ਇੰਨੀ ਵੱਧ ਗਈ ਹੈ, ਸਮੋਕਰਸ ਇੰਨੇ ਹੋ ਗਏ। ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਮਿਲਾ ਕੇ ਨਾ ਸਾਹ ਦੀ ਤਕਲੀਫਾਂ ਨੂੰ ਵਧਾਈ ਜਾ ਰਹੀ ਹੈ ਤੇ ਖਾਸ ਕਰਕੇ ਹੁਣ ਪਿੱਛੇ ਜਿਹੜਾ ਪੈਂਡੈਮਿਕ ਆਇਆ ਕਰੋਨਾ, ਕੋਵਿਡ ਦੇ ਵਿੱਚ ਤਾਂ ਇਹ ਹੋਰ ਵੱਧ ਗਈਆਂ ਕਿਉਂਕਿ ਜਿਹੜੀ ਕਰੋਨਾ ਦੀ ਤਕਲੀਫ ਸੀ ਉਹ ਸਿੱਧੀ ਫੇਫੜਿਆਂ ਤੇ ਹੀ ਅਸਰ ਕਰਦੀ ਸੀ ਜੀ। ਹਾਲਾਂਕਿ ਉਹਦੀ ਇਟੀਓਲੋਜੀ ਕਹਿ ਲਓ ਕਿ ਉਹਦਾ ਜਿਹੜੀ ਕਾਰਨ ਸੀਗਾ ਉਹ ਡਿਫਰੈਂਟ ਸੀਗਾ ਜੀ, ਲੇਕਿਨ ਉਹ ਵੀ ਸਾਹ ਦੀ ਤਕਲੀਫ ਨੂੰ ਵਧਾਉਂਦੀ ਰਹੀ। ਇੱਕ ਤਾਂ ਸਾਹ ਦੀ ਤਕਲੀਫਾਂ ਵੈਸੇ ਜ਼ਿਆਦਾ ਸੀ, ਇੱਕ ਕਰੋਨਾ ਕਰਕੇ ਤਕਲੀਫਾਂ ਹੋਰ ਵੱਧ ਗਈਆਂ। ਸੋ ਸਾਹ ਦੀ ਤਕਲੀਫਾਂ ਇਸ ਕਰਕੇ ਦਿਨ ਬ ਦਿਨ ਵਧੀਆਂ ਹੀ ਗਈਆਂ ਜੀ। ਕਾਰਨ ਕੀ ਹੈ ਕਿ ਸਾਹ ਦੀਆਂ ਜਿਹੜੀਆਂ ਤਕਲੀਫਾਂ ਨੇ ਉਹ ਲਗਾਤਾਰ ਇੰਨੀਆਂ ਜ਼ਿਆਦਾ ਵੱਧ ਕਿਉਂ ਰਹੀਆਂ ਨੇ? ਜਿੱਦਾਂ ਕਿ ਮੈਂ ਦੱਸਿਆ, ਕਿਉਂਕਿ ਦੇਖੋ ਦਿੱਲੀ ਦੇ ਵਿੱਚ ਹੀ ਲੈ ਲਈ ਆਪਾਂ ਜੀ, ਇੰਨੀ ਕੁ ਪੋਲਿਊਸ਼ਨ ਤੇ ਪਾਪੂਲੇਸ਼ਨ ਵੱਧ ਗਈ ਹੈ ਜਿਹੜਾ ਕਿਹਾ ਜਾਵੇ ਕਿ ਹਰ ਪੰਜਵਾਂ ਬੰਦਾ ਹੀ 1-2 ਸਿਗਰਟ ਰੋਜ਼ ਦੀਆਂ ਪੀਂਦਾ ਪਿਆ ਜੀ।
ਕਿਉਂਕਿ ਪੋਲਿਊਸ਼ਨ ਹੀ ਇੰਨੀ ਹੈ। ਸਿਗਰਟ ਕੀ ਕਰਦੀ, ਸਿੱਧੀ ਫੇਫੜੇ ਨੂੰ ਅਸਰ ਕਰਦੀ ਹੈ, ਸਾਹ ਦਾ ਸਿੱਧੀ ਤੁਹਾਡੀ ਸਾਹ ਦੀ ਨਾਲੀ 'ਤੇ ਅਸਰ ਕਰਦੀ ਹੈ ਜੀ। ਸੋ ਸਮੋਕਿੰਗ ਇੱਦਾਂ ਅਸਰ ਕਰਦੀ ਹੈ, ਉਹੀ ਕੰਮ ਪੋਲਿਊਸ਼ਨ ਕਰਦੀ ਪਈ ਹੈ ਜੀ। ਫਿਰ ਪੈਸਿਵ ਸਮੋਕਿੰਗ ਆ ਜਾਂਦੀ ਹੈ। ਜਿਹੜਾ ਬੰਦਾ ਸਿਗਰਟ ਪੀਂਦਾ ਪਿਆ ਉਹਦਾ ਨਾਲ ਦਾ ਜਿਹਦੀ ਵਾਈਫ ਉਹਦੇ ਬੱਚੇ ਘਰ 'ਚ ਉਹ ਵੀ ਇੱਕ ਤਰ੍ਹਾਂ ਦੀ ਸਿਗਰਟ ਨਾਲ ਪੀਂਦੇ ਜੀ। ਪਹਿਲਾਂ ਤਾਂ ਸੁਣਿਆ ਨਹੀਂ ਹੋਣਾ, ਲੇਡੀ 'ਚ ਜਿਹੜਾ ਫੇਫੜੇ ਦਾ ਕੈਂਸਰ ਬਹੁਤ ਘੱਟ ਹੁੰਦਾ ਸੀ ਜੀ, ਲੇਕਿਨ ਹੁਣ ਦੇਖੋ ਤੁਸੀਂ ਕਿ ਲੇਡੀਜ਼ ਦੇ ਵਿੱਚ ਵੀ ਲੰਗਸ ਦਾ ਕੈਂਸਰ ਪਾਇਆ ਜਾਂਦਾ ਜੀ। ਇੱਕ ਤਾਂ ਲੇਡੀ 'ਚ ਵੀ ਸਮੋਕਿੰਗ ਵੱਧ ਗਈ, ਇੱਕ ਪੈਸਿਵ ਸਮੋਕਿੰਗ ਜ਼ਿਆਦਾ ਵੱਧ ਗਈ, ਇੱਕ ਪੋਲਿਊਸ਼ਨ ਵੱਧ ਗਈ। ਸੋ ਕਾਰਨ ਇਹ ਹੈਗਾ ਕਿ ਇੱਕ ਤਾਂ ਪੋਲਿਊਸ਼ਨ ਵੱਧ ਗਈ, ਇੱਕ ਪਾਪੂਲੇਸ਼ਨ ਵੱਧ ਗਈ, ਇੱਕ ਜਿਹੜੀ ਲਾਈਫ ਸਟਾਈਲ ਬਦਲ ਗਿਆ, ਜੀਵਨ ਸ਼ੈਲੀ ਬਦਲ ਗਈ, ਰਾਤ ਨੂੰ ਲੇਟ ਸੋਣਾ, ਲੇਟ ਉੱਠਣਾ, ਕੋਈ ਸੈਰ ਨਹੀਂ ਕਰਨੀ, ਕੋਈ ਕੁਛ ਨਹੀਂ, ਮੋਟਾਪਾ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ, ਡਾਈਟ ਦਾ ਹੋ ਗਿਆ, ਉਹ ਸਾਰੀਆਂ ਚੀਜ਼ਾਂ ਨੇ ਫੇਫੜੇ 'ਤੇ ਅਸਰ ਕੀਤਾ। ਬਿਲਕੁਲ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਦਮਾ ਦੀ, ਦਮਾ ਇਹਦੇ ਨਾਲ ਹੀ ਜੁੜਿਆ ਹੋਇਆ ਵਾ। ਦਮੇ ਦੀਆਂ ਵੀ ਕੋਈ ਕਿਸਮਾਂ ਨੇ? ਦਮੇ ਦੀਆਂ ਵੀ ਕਿਸਮਾਂ ਹੈਗੀਆਂ, ਪਰ ਜਿਹੜੀਆਂ ਸਾਹ ਦੀ ਤਕਲੀਫਾਂ ਜਿਹੜੀਆਂ ਮੁੱਖ ਤੌਰ 'ਤੇ ਕਾਮਨ ਹੈਗੀਆਂ, ਉਹਨਾਂ ਵਿੱਚ ਦਮਾ ਇੱਕ ਬੜਾ ਪ੍ਰਮੁੱਖ ਹੈਗਾ ਜੀ। ਪਹਿਲਾਂ ਦਮਾ ਆਪਾਂ ਕਹਿ ਸਕਦੇ, ਦੂਸਰਾ ਅਸੀਂ ਕਹਿ ਸਕਦੇ COPD ਜੀ, ਕ੍ਰੋਨਿਕ ਆਬਸਟਰਕਟਿਵ ਏਅਰਵੇ ਡਿਜ਼ੀਜ਼ ਅਸੀਂ ਇਹਨੂੰ ਕਹਿੰਦੇ ਹਾਂ। ਉਹ ਜ਼ਿਆਦਾਤਰ ਸਮੋਕਰਸ ਹੁੰਦੀ ਹੈ ਜੀ। ਦੋਨਾਂ ਦਾ ਕਾਰਨ ਅਲੱਗ-ਅਲੱਗ ਹੈ ਜੀ, ਕਿਉਂਕਿ ਦਮਾ ਤਾਂ ਕਈ ਵਾਰੀ ਹੁੰਦਾ, ਜਮਾਂਦਰੂ ਵੀ ਹੁੰਦਾ, ਕੋਈ ਬੱਚਿਆਂ ਦਾ ਜੈਨੇਟਿਕਲ ਬੜਾ ਘੱਟ ਹੁੰਦਾ, ਪਰ ਜਮਾਂਦਰੂ ਹੀ ਬੱਚੇ ਬੜੇ ਸੈਂਸਿਟਿਵ ਹੁੰਦੇ ਕਈ ਜੀ, ਉਹਨਾਂ ਨੂੰ ਦਮਾ ਹੁੰਦਾ। ਦਮਾ ਜਿਹੜਾ ਵਾ ਲੇਟ ਵੀ ਹੋ ਸਕਦਾ, ਲੇਟ ਏਜ ਤੇ ਵੀ ਆਉਂਦਾ ਵਾ, ਪਰ ਸਿਗਰਟ ਸਮੋਕਿੰਗ ਨਾਲ ਜਿਹੜੀ COPD ਵਗੈਰਾ ਦੀ ਬਿਮਾਰੀ ਹੁੰਦੀ ਹੈ ਉਹ ਲੇਟ ਹੀ ਆਉਂਦੀ, ਕਿਉਂਕਿ ਸਮੋਕਰਸ ਨਾਲ ਆਉਂਦੀ ਹੈ। ਥੋੜਾ ਜਿਹਾ ਵਿਸਥਾਰ ਵਿੱਚ ਦੱਸੋਗੇ ਕਿ COPD ਜਿਹੜੀ ਹੈ ਕੀ ਬਿਮਾਰੀ ਹੈ, ਕਿੱਦਾਂ ਆਉਂਦੀ ਹੈ, ਕੀ ਕਾਰਨ ਹੈ? ਪਹਿਲਾਂ ਮੈਂ ਚਾਹੂੰਗਾ ਦਮਾ ਦੱਸੀਏ ਆਪਾਂ ਜੀ। ਬਿਲਕੁਲ। ਦਮਾ ਕੀ ਚੀਜ਼ ਹੈ? ਦਮਾ ਇੱਕ ਸਾਹ ਦੀ ਤਕਲੀਫ ਹੈ, ਇੱਕ ਅਲਰਜੀ ਕੰਡੀਸ਼ਨ ਹੈ ਜੀ। ਕੀ ਹੁੰਦਾ ਕੀ ਹੈ, ਜਦੋਂ ਵੀ ਕੋਈ ਟ੍ਰਿਗਰ ਫੈਕਟਰ, ਅਸੀਂ ਉਹਨੂੰ ਟ੍ਰਿਗਰ ਫੈਕਟਰ ਕਹਿੰਦੇ ਆ, ਕੋਈ ਐਸਾ ਫੈਕਟਰ ਆ ਜਾਂਦਾ ਜਿੱਦਾਂ ਸਪੋਜ਼ ਯਕਦਮ ਮੌਸਮ ਬਦਲਿਆ ਜੀ, ਯਕਦਮ ਥੋੜਾ ਜ਼ੁਕਾਮ ਹੋਇਆ ਜੀ, ਯਕਦਮ ਕੋਈ ਟੈਨਸ਼ਨ ਹੋਈ, ਜਾਂ ਘਰ ਦੇ ਵਿੱਚ ਡੌਗ ਰੱਖੇ, ਪੈਟ ਰੱਖੇ ਆ, ਮਿੱਟੀ ਉੜੀ, ਧੂਲ ਮੁੜੀ, ਜਾਂ ਇਸ ਤਰ੍ਹਾਂ, ਮਤਲਬ ਇੱਦਾਂ ਦੇ ਕਈ ਫੈਕਟਰਸ ਐਸੇ ਹੁੰਦੇ ਆ ਜਿਹੜੇ ਇਹਨੂੰ ਸਟਿਮੂਲੇਟ ਕਰਦੇ ਆ। ਫੇਫੜੇ ਦੇ ਵਿੱਚ ਨਾਲੀਆਂ ਹੁੰਦੀਆਂ ਜੀ, ਨਾਲੀਆਂ ਦੇ ਵਿੱਚ ਅੱਗੋਂ ਪਹਿਲੀ ਸਾਹ ਵਾਲੀ ਨਾਲੀ ਵੱਡੀ ਨਾਲੀ ਹੋ ਗਈ, ਉਸ ਤੋਂ ਛੋਟੀ ਛੋਟੀਆਂ ਨਾਲੀਆਂ ਨਹੀਂ ਜਾਂਦੀਆਂ। ਕਾਰਨ ਕੀ ਹੁੰਦਾ ਵੀ ਜਿਹੜਾ ਇਹ ਅਲਰਜੀ ਕੰਡੀਸ਼ਨ, ਜਿਨ੍ਹਾਂ ਚੀਜ਼ਾਂ ਤੋਂ ਬੰਦੇ ਨੂੰ ਅਲਰਜੀ ਹੁੰਦੀ, ਪੋਲਨਸ ਤੋਂ ਹੁੰਦੀ ਆ, ਫਲਾਵਰਸ ਹੁੰਦੀ ਹੈ, ਇੱਦਾਂ ਉਹ ਟ੍ਰਿਗਰ ਫੈਕਟਰ ਜਦੋਂ ਉਹਦਾ ਐਕਸਪੋਜ਼ਰ ਜ਼ਿਆਦਾ ਹੋ ਜਾਂਦਾ ਮਰੀਜ਼ ਨੂੰ, ਕੀ ਹੁੰਦਾ ਉਹਦੇ ਫੇਫੜੇ ਨਾਲੀ ਸੁੰਗੜ ਜਾਂਦੀ ਹੈ ਜੀ। ਜਿਹੜੀ ਨਾਰਮਲ ਆਪਾਂ ਜਿੱਦਾਂ ਨਾਰਮਲ ਸਾਹ ਲੈ ਰਹੇ ਹਾਂ, ਆਪਾਂ ਨੂੰ ਪਤਾ ਵੀ ਨਹੀਂ ਚੱਲ ਰਿਹਾ ਆਪਣਾ ਸਾਹ ਅੰਦਰ ਜਾ ਰਿਹਾ ਬਾਹਰ ਜਾ ਰਿਹਾ, ਪਰ ਜਦੋਂ ਨਾਲੀ ਸੁੰਗੜ ਜਾਂਦੀ ਹੈ ਫਿਰ ਸਾਹ ਅੰਦਰ ਔਖਾ ਜਾਏਗਾ। ਕਈ ਵਾਰ ਸੀਟੀਆਂ ਦੀ ਉਸੇ ਕਰਕੇ ਆਵਾਜ਼ ਆਉਂਦੀ, ਇਸ ਤਰ੍ਹਾਂ ਕਰੇਗੇ ਨਾ, ਵੀਜ਼ਿੰਗ ਆਪਾਂ ਨੂੰ ਕਹੀਦੀ ਹੈ, ਸੀਟੀਆਂ ਦੀ ਆਵਾਜ਼ ਆਉਂਦੀ ਹੈ। ਦੂਸਰਾ ਕੀ ਕਾਰਨ ਹੁੰਦਾ ਕਿ ਇਹ ਜਿਹੜੇ ਟ੍ਰਿਗਰ ਫੈਕਟਰ ਕਰ ਕਰਕੇ ਨਾ ਇਹਦੇ ਵਿੱਚ ਫੇਫੜੇ ਦੀ ਛੋਟੀ ਛੋਟੀ ਨਾਲੀ ਦੇ ਵਿੱਚ ਸੋਜ ਪਾ ਦਿੰਦੇ ਆ, ਸੋਜਨ ਆ ਜਾਂਦੀ ਹੈ। ਫਿਰ ਸੋਜਨ ਆ ਜਾਂਦੀ, ਨਾਲੀ ਤੰਗ ਹੋ ਜਾਂਦੀ ਹੈ। ਨਾਰਮਲ ਰੂਟੀਨ 'ਚ ਕੀ ਹੁੰਦਾ ਕਿ ਹਰ ਬੰਦੇ ਦੇ ਸਰੀਰ ਦੇ ਵਿੱਚ ਫੇਫੜੇ ਦੇ ਵਿੱਚ ਬਲਗਮ ਬਣਦੀ ਹੈ, ਜਿਹੜੀ ਹਵਾ ਨਾਲ ਬੰਦਾ ਸਾਹ ਲੈਂਦਾ ਉੱਦਾਂ ਹੀ ਸੁੱਕਦੀ ਰਹਿੰਦੀ ਹੈ। ਜਦੋਂ ਬੰਦਾ ਨਾ ਨਿਕਾਲ ਸਕੇ ਉਹ ਬਲਗਮ ਅੰਦਰ ਜੰਮ ਜਾਂਦੀ ਹੈ। ਇੱਦਾਂ ਹੀ ਇਹਦੇ ਵਿੱਚ ਮਿਊਕਸ ਪਲੱਗਿੰਗ ਹੋ ਜਾਂਦੀ ਹੈ। ਤਿੰਨ ਚੀਜ਼ਾਂ ਹੋ ਜਾਂਦੀਆਂ, ਇੱਕ ਤਾਂ ਫੇਫੜਾ ਸੁੰਗੜ ਜਾਂਦੀਆਂ ਨਾਲੀਆਂ, ਇੱਕ ਸੋਜ ਆ ਜਾਂਦੀ, ਇੱਕ ਉਹਦੇ ਵਿੱਚ ਮਿਊਕਸ ਪਲੱਗਿੰਗ ਹੁੰਦੀ ਹੈ, ਸਕ੍ਰੀਸ਼ਨਸ ਇਕੱਠੀਆਂ ਹੋ ਜਾਂਦੀਆਂ, ਉਹ ਨਿਕਲਦੀਆਂ ਨਹੀਂ, ਸਾਹ ਲੈਣਾ ਔਖਾ ਹੁੰਦਾ, ਬੰਦਾ ਚੱਲਣਾ ਔਖਾ ਹੋ ਜਾਂਦਾ, ਬੰਦੇ ਦੀ ਛਾਤੀ 'ਚ ਆਵਾਜ਼ ਆਉਂਦੀ ਹੈ, ਤੇ ਸਾਹ ਬਿਲਕੁਲ ਹੀ ਬੰਦਾ ਕਹਿੰਦਾ ਕਿ ਛਾਤੀ ਦਰਦ ਵੀ ਹੋ ਜਾਂਦੀ ਹੈ। ਸਾਹ ਇੰਨਾ ਔਖਾ ਹੋ ਜਾਂਦਾ ਕਿ ਬੰਦਾ ਕਈ ਵਾਰੀ, ਜਿੱਦਾਂ ਤੁਸੀਂ ਕਈ ਵਾਰੀ ਪਿਕਚਰ ਦੇਖਿਆ ਹੋਣਾ, ਫਟਾਫਟ ਨਹੀਂ ਲੜ ਲੈਂਦੇ ਤਾਂ ਕਿ ਉਹ ਸਾਹ ਇੱਕ ਵਾਰੀ ਫੇਫੜਾ ਖੁੱਲ ਜਾਏ। ਸੋ ਇਹ ਕਾਰਨ ਹੁੰਦੇ ਆ ਜ਼ਿਆਦਾਤਰ, ਇਹ ਤੇ ਦੋ ਇਹ ਮੇਨ ਕਾਰਨ ਹੈ। ਕਈ ਵਾਰੀ ਸਟ੍ਰੈਸ ਨਾਲ ਵੀ, ਬੱਚਿਆਂ 'ਚ ਸਟ੍ਰੈਸ ਵਗੈਰਾ ਵੀ ਹੁੰਦੀ ਹੈ, ਤਾਂ ਕੋਈ ਵੀ ਬੱਚੇ ਨੂੰ ਜਿੱਦਾਂ ਐਗਜ਼ਾਮ ਹੁੰਦਾ ਤਾਂ ਵੀ ਹੋ ਜਾਂਦੀ ਹੈ। ਸੋ ਬੱਚੇ ਉਹ ਸੈਂਸਿਟਿਵ ਹੁੰਦੇ ਆ, ਬੱਚਾ ਹੋਵੇ ਚਾਹੇ ਅਡਲਟ ਹੋਵੇ, ਉਹ ਇਸ ਚੀਜ਼ ਨੂੰ ਜ਼ਿਆਦਾ ਸੈਂਸਿਟਿਵ ਹੁੰਦਾ। ਬੱਚਿਆਂ 'ਚ ਅਸੀਂ ਤਾਂ ਕਹਿ ਰਹੇ ਕਿ ਬੱਚਿਆਂ 'ਚ ਬਹੁਤ ਜ਼ਿਆਦਾ ਕਾਮਨ ਹੁੰਦਾ ਹੈ। ਤਾਂ ਜਦੋਂ ਇਹ ਹੋਣਾ ਵਾ, ਇਹ ਸਿੰਪਟਮਸ ਆ ਜਾਣੇ, ਇਹਦੇ ਲੱਛਣ ਆ ਜਾਣੇ, ਪਰ ਆਪਾਂ ਇਹ ਦਮੇ ਨੂੰ ਹਰ ਚੀਜ਼ ਜਿਹੜੀ ਵੀਜ਼ਿੰਗ ਕਰਦੀ ਹੈ, ਜਿਹੜੀ ਵਿਸਲਿੰਗ ਕਰਦੀ, ਸਾਰੀ ਸਾਹ ਦੀ ਤਕਲੀਫ ਦਮੇ ਦੀ ਨਹੀਂ ਹੁੰਦੀ। ਸੋ ਆਪਾਂ ਨੂੰ ਡਿਫਰੈਂਸ਼ੀਏਟ ਕਰਕੇ ਇੱਕ ਡਾਕਟਰ ਦੀ ਸਲਾਹ ਲੈ ਕੇ ਚੰਗੀ ਤਰ੍ਹਾਂ ਦਾ ਪਹਿਲਾਂ ਡਾਇਗਨੋਸ ਕਰਾਈਦਾ, ਤੇ ਫਿਰ ਅਸੀਂ ਲੇਬਲ ਕਰੀਦਾ ਵੀ ਇਹਨੂੰ ਐਸਮਾ ਵਾ। ਜੇ ਬ੍ਰੌਂਕੀਅਲ ਐਸਮਾ ਹੈਗਾ ਤਾਂ ਇਹਦਾ ਇਲਾਜ ਬੜਾ ਵਧੀਆ ਹੈਗਾ, ਕਿਉਂਕਿ ਇਹਦਾ ਇਲਾਜ ਇੱਦਾਂ ਦਾ ਹੈਗਾ ਕਿ ਬੰਦਾ ਇਸ ਦੇ ਨਾਲ ਆਪਣੀ ਨਾਰਮਲ ਲਾਈਫ ਜੀ ਸਕਦਾ। ਬਿਲਕੁਲ। ਅੱਛਾ, ਅਸੀਂ ਹੁਣ ਗੱਲ ਅਸੀਂ COPD ਤੁਸੀਂ ਹੁਣ ਜ਼ਿਕਰ ਕੀਤਾ ਸੀ ਇਹਦਾ, ਇਹ ਕੀ ਚੀਜ਼ ਹੈ ਔਰ ਕਿਸ ਉਮਰ ਦੇ ਵਿੱਚ ਜਾ ਕੇ ਮਤਲਬ ਹੁੰਦੀ ਹੈ, ਕਾਰਨ ਕੀ ਹੈ ਇਹਦਾ? COPD ਜ਼ਿਆਦਾਤਰ ਇਹ ਕ੍ਰੋਨਿਕ ਆਬਸਟਰਕਟਿਵ ਏਅਰਵੇ ਡਿਜ਼ੀਜ਼ ਹੈ। ਜਿੱਦਾਂ ਅਸਥਮਾ ਵਾ, ਇਹ ਡਿਜ਼ੀਜ਼ ਰਿਵਰਸੀਬਲ ਹੈ ਮਤਲਬ ਅਸਥਮਾ ਦਾ ਬੰਦੇ ਜਦੋਂ ਅਟੈਕ ਹੋਇਆ ਆਪਣੇ ਆਪ ਹੀ ਕਰੀ ਠੀਕ ਹੋ ਜਾਂਦਾ, ਕਈ ਵਾਰ ਦਵਾਈਆਂ ਨਾਲ, ਬਾਕੀ ਮੈਂ ਦੱਸਾਂਗਾ, ਥੋੜਾ ਐਕਸਪਲੇਨ ਕਰਾਂਗਾ, ਇਨਹੇਲਰਸ ਨਾਲ ਹੋ ਜਾਂਦਾ, ਠੀਕ ਹੈ। ਇਹ ਦਮਾ ਤਾਂ ਇਸ ਤਰ੍ਹਾਂ ਠੀਕ ਹੋ ਜਾਂਦਾ, ਪਰ ਜਿਹੜੀ ਕ੍ਰੋਨਿਕ ਆਬਸਟਰਕਟਿਵ ਏਅਰਵੇ ਡਿਜ਼ੀਜ਼ ਹੈ ਉਹਦੇ ਵਿੱਚ ਕੀ ਹੁੰਦਾ ਕਿ ਬੰਦਾ ਜਦੋਂ ਪੋਲਿਊਸ਼ਨ ਨੂੰ ਐਕਸਪੋਜ਼ ਹੋ ਗਿਆ ਕਾਫੀ, ਸਿਗਰਟ ਸਮੋਕਿੰਗ ਬਹੁਤ ਜ਼ਿਆਦਾ ਕਰਦਾ, ਤਾਂ ਉਹਦਾ ਫੇਫੜਾ ਜਿਹੜਾ ਨਾ ਪਰਮਾਨੈਂਟ ਡੈਮੇਜ ਹੋ ਜਾਂਦਾ,
ਬੜੀ ਵਾਰੀ ਜ਼ਿਕਰ ਕਰਦਾ ਕਿ ਜਿਹੜੀ ਸਿਗਰਟ ਬੰਦਾ ਇੱਕ ਵੀ ਪੀਂਦਾ ਨਾ, ਪਹਿਲਾਂ ਤਾਂ ਜਵਾਨ ਹੁੰਦਾ ਜੀ, ਮਾਈਕਰੋ ਸੈਲਸ ਹੁੰਦੇ ਆ ਛੋਟੇ ਛੋਟੇ, ਉਹ ਛੋਟੇ ਛੋਟੇ ਸੈੱਲਾਂ ਨੂੰ ਡਿਸਟਰੋਏ ਕਰਦੀ ਹੈ ਸਿਗਰਟ, ਜਿਹੜੀ ਨੂੰ ਬਰਨ ਕਰਦੀ ਹੈ ਜੀ, ਸੈੱਲ ਨੂੰ। ਉਹ ਫਿਰ ਲੇਟ ਏਜ ਤੇ ਇੰਨੇ ਕੁ ਜ਼ਿਆਦਾ ਡੈਮੇਜ ਹੋ ਜਾਂਦੇ ਆ ਕਿ ਫੇਫੜੇ ਦੇ ਵਿੱਚ ਪਰਮਾਨੈਂਟ ਡੈਮੇਜ ਕਰ ਦਿੰਦੇ, ਤਾਂ ਹੀ ਆਪਾਂ ਕਰੋਨਿਕ ਕਹਿੰਦੇ ਹਾਂ। ਕਰੋਨਿਕ ਦਾ ਮਤਲਬ ਹੁੰਦਾ ਵੀ ਜਿਹੜੀ ਹਮੇਸ਼ਾ ਲਈ ਹੋ ਗਈ ਉਹਨੂੰ। ਅਸਥਮਾ ਜਿਹੜਾ ਫਿਰ ਵੀ ਅਕਿਊਟ ਹੁੰਦਾ ਵਾ। ਸੋ ਇਹ ਬਿਮਾਰੀ ਜਿਹੜੀ ਆ ਇਹ ਫਿਰ ਉਹਦੇ ਵਿੱਚ ਇਨਫੈਕਸ਼ਨ ਹੁੰਦੀ ਰਹਿੰਦੀ ਹੈ। ਅਸਥਮਾ ਦੇ ਵਿੱਚ ਇਨਫੈਕਸ਼ਨ ਨਹੀਂ ਹੁੰਦੀ, ਅਸਥਮਾ ਰਿਵਰਸ ਹੋ ਜਾਂਦੀ ਹੈ। COPD ਇੱਕ ਪਰਮਾਨੈਂਟ ਡਿਜ਼ੀਜ਼ ਹੋ ਜਾਂਦੀ ਹੈ। ਬੰਦੇ ਦੇ ਡੈਮੇਜ ਕਰਤਾ, ਉਹਦੇ ਬਲਗਮ ਆਈ ਜਾਣੀ ਹੈ। ਮੈਂ ਤਾਂ ਕਈ ਵਾਰ ਜਿਹੜੇ ਸਮੋਕਰਸ ਹੁੰਦੇ ਨਾ, ਉਹ ਜਿਹੜੀ ਤੁਸੀਂ COPD ਦੀ ਗੱਲ ਕਰ ਰਹੇ ਹੋ, ਕਿਤੇ ਇਹ ਬਾਅਦ ਵਿੱਚ ਜਾ ਕੇ TB ਦਾ ਰੂਪ ਤਾਂ ਨਹੀਂ ਧਾਰਨ ਕਰ ਲੈਂਦੀ? ਦੇਖੋ TB ਅਲੱਗ ਚੀਜ਼ ਹੈ ਜੀ। TB ਇੱਕ ਤੀਸਰੀ ਡਿਜ਼ੀਜ਼ ਹੈ ਜਿਹੜੀ ਬਹੁਤ ਕਾਮਨ ਹੈਗੀ ਹੈ, ਉਹਦੇ ਬਾਰੇ ਆਪਾਂ ਜ਼ਿਕਰ ਕਰਾਂਗੇ। ਉਹਦਾ ਕਾਰਨ ਅਲੱਗ ਹੈ, ਉਹ ਬੈਕਟੀਰੀਆ ਕਰਕੇ ਹੁੰਦੀ ਹੈ, ਉਹ ਕਿਸੇ ਨੂੰ ਵੀ ਹੋ ਸਕਦੀ ਹੈ। TB ਬਾਰੇ ਵੀ ਆਪਾਂ ਥੋੜਾ ਜਿਹਾ ਦੱਸਾਂਗੇ। COPD ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਕਿ ਫਿਰ ਇਨਫੈਕਸ਼ਨ ਬਾਰ-ਬਾਰ ਹੁੰਦੀ ਰਹਿੰਦੀ ਹੈ। ਜਿੱਦਾਂ ਮੈਂ ਦੱਸ ਰਿਹਾ ਸੀ, ਜੇ ਕਿਸੇ ਦੀ ਸਮੋਕਿੰਗ ਛੁਡਾਣੀ ਹੋਵੇ ਨਾ, ਮੈਂ ਉਹਨੂੰ ਕਹਿੰਦਾ ਕਿ ਆ ਜਾ ਹਸਪਤਾਲ ਚੱਲਦੇ ਆਪਾਂ, ਚੱਕਰ ਲਗਾਉਂਦੇ, ਤੈਨੂੰ ਸਾਹ ਵਾਲੇ ਮਰੀਜ਼ ਦਿਖਾਣਾ। ਉਹਨਾਂ ਨੂੰ ਦਿਖਾਈਦਾ ਵਾ ਵੀ ਜੇ ਤੁਸੀਂ ਇੱਦਾਂ ਹੀ ਸਿਗਰਟ ਪੀਂਦੇ ਰਹੇ ਤਾਂ ਇਹ ਤੁਹਾਡੀ ਜਿਹੜੀ ਬਾਕੀ ਦੀ ਜ਼ਿੰਦਗੀ ਖਾਂਸੀ ਤੇ ਬਲਗਮ ਨਾਲ ਹੀ ਨਿਕਲਣੀ ਹੈ। ਤੁਹਾਡੇ ਕੋਲ ਦੇਖੋ, ਕਈ ਵਾਰ ਦੇਖੋ ਤੁਹਾਨੂੰ ਲੱਗਦਾ ਹੋਣਾ ਰਸਤੇ 'ਚ ਬੰਦਾ ਆਉਂਦਾ, ਖਾਂਸੀ ਕਰੀ ਜਾਂਦਾ, ਖਾਂ ਕਰੀ ਜਾਂਦਾ, ਬਲਗਮ ਆਈ ਜਾਂਦੀ, ਉਹ ਜ਼ਿਆਦਾਤਰ ਬੀੜੀ ਸਿਗਰਟ ਸਮੋਕਰ ਹੁੰਦੇ ਆ ਤੇ ਉਹ ਕ੍ਰੋਨਿਕ obstructive airway ਡਿਜ਼ੀਜ਼ ਦੇ ਮਰੀਜ਼ ਹੁੰਦੇ ਆ। ਇੱਕ ਹੋਰ ਜਿਹੜੀ ਕਾਰਨ ਹੈ ਸਿਗਰਟ ਜਿਹੜੀ ਕਰਦੀ ਹੈ, ਸਟੱਡੀਜ਼ ਕਹਿੰਦੀਆਂ ਕਿ ਜਿਹੜੇ ਬੰਦੇ ਨੇ ਇੱਕ ਪੈਕ ਡੇਲੀ ਦਾ ਸਿਗਰਟ ਦਾ ਇੱਕ ਪੈਕ 20 ਸਾਲ ਲਗਾਤਾਰ ਪੀ ਲਿਆ ਤਾਂ 90% ਉਹਨੂੰ ਚਾਂਸ ਆ ਕਿ ਉਹਨੂੰ ਫੇਫੜੇ ਦਾ ਕੈਂਸਰ ਹੋ ਜਾਏ। ਇਹਨੂੰ ਅਸੀਂ 20 ਪੈਕ ਈਅਰਸ ਕਹਿੰਦੇ ਹਾਂ, ਕਿਉਂਕਿ ਜਿਹੜਾ ਸਿਗਰਟ ਦਾ ਧੂੰਆਂ ਹੁੰਦਾ ਇਹਦੇ ਵਿੱਚ 5400 ਦੇ ਕਰੀਬ ਐਸੇ ਆਇਨ ਹੁੰਦੇ ਜਿਹੜੇ ਫੇਫੜੇ ਨੂੰ ਤੇ ਸਰੀਰ ਨੂੰ ਡੈਮੇਜ ਕਰਦੇ। ਸਿਗਰਟ ਜਿਹੜੀ ਹੈ ਫੇਫੜਾ ਹੀ ਨਹੀਂ, ਸਰੀਰ ਦਾ ਤਕਰੀਬਨ ਹਰ ਅੰਗ 'ਤੇ ਅਸਰ ਕਰਦੀ ਹੈ। ਹਾਰਟ ਅਟੈਕ ਦਾ ਬੜਾ ਵੱਡਾ ਕਾਰਨ ਆ, ਲੱਤਾਂ 'ਚ ਦਰਦ ਹੈ ਉਹ ਨਹੀਂ ਠੀਕ ਹੁੰਦੀ, ਅੱਖਾਂ ਦੀ ਡਿਜ਼ੀਜ਼ ਹੁੰਦੀਆਂ, ਬੜਾ ਕੁਛ ਹੈਗਾ। ਸੋ ਸਿਗਰਟ ਜਿਹੜੀ ਇੱਕ ਬੜਾ ਵੱਡਾ ਕਾਰਨ ਆ। ਇੱਕ ਤਾਂ ਆਪਾਂ ਸਾਹ ਦੀ ਬਿਮਾਰੀ ਤੋਂ ਬਚਣ ਦੀ ਸੋਚਦੇ ਪਏ ਹਾਂ ਤੇ ਉੱਪਰੋਂ ਆਪਾਂ ਸਿਗਰਟ ਨਾਲ ਕਰੀ ਜਾਂਦੇ ਹਾਂ। ਸੋ ਬਹੁਤ ਜ਼ਰੂਰੀ ਹੈ। ਮੇਰਾ ਜੇ ਥੋੜਾ ਜਿਹਾ ਪਰਪਸ ਸੋਲਵ ਹੋ ਜਾਏ, ਕੋਈ ਸੁਣ ਕੇ ਇੱਕ ਸਿਗਰਟ ਵੀ ਛੱਡ ਦੇਵੇ ਬੰਦਾ ਨਾ, ਘੱਟ ਕਰਨੀ ਸ਼ੁਰੂ ਕਰ ਦੇ, ਇੱਕ ਸਿਗਰਟ ਘੱਟ ਕਰਨਾ ਫਰਕ ਪਏਗਾ। ਬਿਲਕੁਲ। ਸੋ ਗੱਲ ਕਰ ਰਹੇ ਸੀ ਅਸੀਂ ਇਨਹੇਲਰ ਦੀ। ਇਨਹੇਲਰ ਕਹਿੰਦੇ ਨੇ ਕਿ ਉਹਦੇ ਨਾਲ ਅਕਸਰ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਨੂੰ ਅਸਥਮਾ ਹੁੰਦਾ ਹੈ ਨਾ, ਉਹਦੇ ਵਾਸਤੇ ਇਹ ਬਹੁਤ ਇਫੈਕਟਿਵ ਚੀਜ਼ ਮੰਨੀ ਜਾਂਦੀ ਹੈ ਕਿ ਜੇ ਸਾਹ ਰੁਕਦਾ ਪਿਆ ਹੈ ਜਾਂ ਘੱਟ ਆ ਰਿਹਾ ਤਾਂ ਤਕਰੀਬਨ ਉਹਨੂੰ ਇਸਤੇਮਾਲ ਕਰਕੇ ਠੀਕ ਹੋ ਜਾਂਦਾ ਹੈ। ਕਿੰਨਾ ਕੁ ਜ਼ਰੂਰੀ ਹੈ ਇਨਹੇਲਰ ਦਾ ਇਸਤੇਮਾਲ? ਕਿ ਜੇ ਅਸੀਂ ਲਗਾਤਾਰ ਇਨਹੇਲਰ ਇਸਤੇਮਾਲ ਕਰਦੇ ਹਾਂ, ਇਹ ਤਾਂ ਨਹੀਂ ਕਿ ਅਸੀਂ ਉਹਦੇ ਆਦੀ ਹੋ ਜਾਵਾਂਗੇ? ਹਾਂਜੀ, ਨਹੀਂ, ਬੜਾ ਸੋਹਣਾ ਸਵਾਲ ਹੈ। ਇਨਹੇਲਰ ਬਾਰੇ ਨਾ ਬਹੁਤ ਸਾਰੇ ਵਹਿਮ ਭਰਮ ਜੁੜੇ ਹੋਏ ਹਨ ਜੀ। ਜਿਹੜਾ ਬ੍ਰੌਂਕੀਅਲ ਅਸਥਮਾ ਵਾ, ਜਿਹੜਾ ਦਮਾ ਵਾ, ਮੈਂ ਪਹਿਲਾਂ ਹੀ ਦੱਸ ਚੁੱਕਾ, ਇਹਦੇ ਮੇਜਰ ਦੋ ਕਾਰਨ ਹੈ ਜੀ। ਇੱਕ ਤਾਂ ਫੇਫੜਾ ਸੁੰਗੜ ਜਾਂਦਾ ਹੈ, ਇੱਕ ਅੰਦਰ ਸੋਜ ਹੋ ਜਾਂਦਾ ਜੀ। ਤੇ ਇਹਦੇ ਟ੍ਰੀਟਮੈਂਟ ਵੀ ਦੋ ਹੈਗੇ, ਦੋ ਤਰ੍ਹਾਂ ਦੇ। ਆਪਾਂ ਇਨਹੇਲਰ ਇਹਦਾ ਟ੍ਰੀਟਮੈਂਟ ਐਕਚੁਅਲੀ ਜੀ। ਇਨਹੇਲਰ ਜਿਹੜਾ ਵਾ ਉਹਨੇ ਲੋਕਲੀ ਅਸਰ ਕਰਨਾ, ਇਸ ਤਰ੍ਹਾਂ ਪਕੜਿਆ ਬੰਦੇ ਨੇ ਪੇਸ਼ੈਂਟ ਨੇ, ਇਹਦਾ ਢੱਕਣ ਉਤਾਰਿਆ, ਇਹਨੂੰ ਹਿਲਾਇਆ, ਗਰਦਨ ਉੱਪਰ ਕੀਤੀ, ਇਸ ਤਰ੍ਹਾਂ ਪ੍ਰੈਸ ਕੀਤਾ। ਜਿਹੜੀ ਹਵਾ ਹੈ ਇਹ ਮੈਡੀਸਨ ਹੈ, ਇਹਨੂੰ ਚੰਗੀ ਤਰ੍ਹਾਂ ਇਨਹੇਲ ਕਰਕੇ ਫੇਫੜੇ ਤੇ ਕੋਸ਼ਿਸ਼ ਕਰਨਾ ਜਿੰਨੀ ਅੰਦਰ ਜਾ ਸਕੇ ਜਾਵੇ। ਕਈ ਵਾਰੀ ਅਟੈਕ ਜੇ ਜ਼ਿਆਦਾ ਹੋਵੇ ਤੇ ਇਹਦੇ ਮੂਹਰੇ ਅਸੀਂ ਉਹ ਸਪੇਸਰ ਵੀ ਲਾ ਦਿੰਦੇ ਹਾਂ ਤਾਂ ਕਿ ਉਹ ਬਾਅਦ ਵਿੱਚ ਬੰਦਾ ਲੈਂਦਾ ਰਹੇ। ਇਨਹੇਲਰ ਕੀ ਕਰਦਾ? ਆਪਾਂ ਜਿੱਦਾਂ ਅੱਖਾਂ 'ਚ ਦਵਾਈ ਪਾ ਲਈ, ਅੱਖਾਂ ਸੁੱਜੀਆਂ, ਅੱਖਾਂ 'ਚ ਦਵਾਈ ਪਾ ਲਈ, ਚਮੜੀ ਤੇ ਕੋਈ ਹੋਈ ਚਮੜੀ ਤੇ ਦਵਾਈ ਲਾ ਲਈ, ਇਹ ਲੋਕਲ ਅਸਰ ਕਰਦਾ ਫੇਫੜੇ ਤੇ। ਜਦੋਂ ਬੰਦਰ ਪਫ ਦਿੱਤਾ ਇੱਕ, ਉਹਨੇ ਅੰਦਰ ਲੰਬਾ ਸਾਹ ਖਿੱਚਣਾ, ਇਹਨੇ ਲੋਕਲ ਲੇਅਰਸ ਦੇ ਉੱਤੇ ਉਹਦੇ ਤੇ ਅਸਰ ਕਰਨਾ। ਹਾਲਾਂਕਿ ਇਹਦੇ ਵਿੱਚ ਵੀ ਸਟੀਰੋਇਡਸ ਹੁੰਦੇ ਨਾਲ ਜੀ। ਇਹਦੇ ਵਿੱਚ ਵੀ ਇਹ ਇਨਹੇਲਰ ਨਾ ਦੋ ਤਰ੍ਹਾਂ ਦਾ ਕੰਬੀਨੇਸ਼ਨ ਹੁੰਦਾ। ਇੱਕ ਤਾਂ ਫੇਫੜੇ ਨੂੰ ਖੋਲਦਾ, ਇੱਕ ਇਨਹੇਲਰ ਇਹਦੀ ਸੋਜ ਘਟਾਉਂਦਾ। ਅੱਜ ਕੱਲ੍ਹ ਤਾਂ ਜਿਹੜੀ ਐਡਵਾਈਸ ਕੀਤੀ ਗਈ ਕਿ ਤੁਸੀਂ ਇੱਕ ਇਨਹੇਲਰ ਹੀ ਲੈ ਲਓ ਜਿਹੜਾ ਦੋਨੋਂ ਪਰਪਸ ਸੋਲਵ ਕਰਦਾ। ਸੋ ਅਸੀਂ ਉਹ ਇਨਹੇਲਰ ਦੇ ਦਿੱਤਾ। ਤੇ ਉਹ ਕੀ ਕਰਦਾ ਇਨਹੇਲਰ? ਲੋਕਲੀ ਇੱਕ ਤਾਂ ਸੋਜ ਘਟਾ ਦਿੰਦਾ, ਇੱਕ ਫੇਫੜੇ ਨੂੰ ਖੋਲ ਦਿੰਦਾ, ਸੋ ਬੰਦਾ ਆਰਾਮ ਨਾਲ ਸਾਹ ਲੈਂਦਾ ਰਹਿੰਦਾ। ਸੋ ਫੇਫੜਾ ਇੱਕ ਤਾਂ ਇਹਦਾ ਨੁਕਸਾਨ ਕੋਈ ਨਹੀਂ। ਜਿਹਦੇ ਵਿੱਚ ਸਟੀਰੋਇਡ ਹੈ ਤਾਂ ਇਹ ਜੇ 20 ਵਾਰੀ ਬੰਦਾ ਇਨਹੇਲਰ ਲਊਗਾ ਨਾ, ਸਮਝ ਲਓ ਇੱਕ ਗੋਲੀ ਖਾਧੀ ਸਟੀਰੋਇਡ ਦੀ। ਟ੍ਰੀਟਮੈਂਟ ਸਟੀਰੋਇਡ ਹੀ ਹੈ। ਕਈ ਵਾਰੀ ਹੁੰਦਾ ਬੰਦਾ, ਜਿੱਦਾਂ ਆਪਣੇ ਇੱਥੇ ਇੰਡੀਆ 'ਚ ਤਾਂ ਬਹੁਤ ਰੂਟੀਨ ਹੈ ਕਿ ਤੁਸੀਂ ਕੈਮਿਸਟ ਸ਼ਾਪ ਤੋਂ ਜਾਓ, ਦਵਾਈ ਲੈ ਲਓ, ਜਿੱਦਾਂ ਮਰਜ਼ੀ ਪਕੜੀ, ਕੈਮਿਸਟ ਨੇ ਸਟੀਰੋਇਡ ਦੇ ਦੇਣੇ, ਤੁਹਾਡਾ ਸਰੀਰ ਸਟੀਰੋਇਡ ਤੇ ਡਿਪੈਂਡੈਂਟ ਹੋ ਜਾਣਾ। ਪਰ ਗੋਲੀ ਖਾਣ ਦਾ ਨੁਕਸਾਨ ਆ, ਕਿਉਂਕਿ ਗੋਲੀ ਸਟਮਕ 'ਚ ਆਏਗੀ, ਠੀਕ ਹੈ, ਫਿਰ ਬਲੱਡ ਦੇ ਥਰੂ ਅਸਰ ਕਰੇਗੀ, ਫਿਰ ਉੱਥੇ ਵੀ ਅਸਰ ਕਰੇਗੀ ਜਿੱਥੇ ਉਹਦੀ ਜ਼ਰੂਰਤ ਨਹੀਂ ਹੈਗੀ ਜੀ। ਬਿਲਕੁਲ, ਇਹਨੇ ਲੋਕਲ ਅਸਰ ਕੀਤਾ, ਸੋ ਲੋਕਲੀ ਇਹਨੂੰ ਠੀਕ ਕਰ ਦਿੰਦੀ ਹੈ। ਕਈ ਵਾਰ ਲੰਬਾ ਇਨਹੇਲਰ ਲੈਣਾ ਪੈ ਜਾਂਦਾ, ਇਹਦਾ ਕੋਈ ਨੁਕਸਾਨ ਨਹੀਂ ਹੈ ਜੀ। ਕਈ ਵਾਰ ਜਿੱਦਾਂ ਟੈਂਪਰੇਰੀ ਵੀ ਲੈਣਾ ਪੈਂਦਾ ਜੀ, ਲੇਕਿਨ ਇਹਨੂੰ ਕਈ ਵਾਰ ਲੰਬਾ ਲੈਣਾ ਪੈਂਦਾ, ਭਾਵੇਂ ਕਈ ਵਾਰ ਮਰੀਜ਼ ਠੀਕ ਵੀ ਹੋ ਜਾਂਦਾ ਜੀ।
ਇਹਦੇ ਬੜੇ ਟੈਸਟ ਹੈ, ਅਸੀਂ ਲੰਗ ਫੰਕਸ਼ਨ ਟੈਸਟ ਕਰੀਦੇ ਆ। ਡਾਕਟਰ ਸਾਹਿਬ ਇੱਕ ਚੀਜ਼ ਮੈਂ ਹੋਰ ਪੁੱਛਾਂਗੇ ਕਿ ਇਨਹੇਲਰ ਵੀ 2 ਤਰ੍ਹਾਂ ਦੇ ਆਉਂਦੇ ਨੇ, ਤੁਸੀਂ ਜ਼ਿਕਰ ਕੀਤਾ। ਮੈਂ ਇੱਕ ਵਾਰੀ ਕਿਸੇ ਦੇ ਕੋਲ ਦੇਖਿਆ ਸੀ, ਹੁਣ ਤੁਸੀਂ ਕਿਹਾ ਕਿ ਇਹਨੂੰ ਮੂੰਹ ਖੋਲ ਕੇ ਆਪਾਂ ਅੰਦਰ ਇਹਨੂੰ ਪ੍ਰੈਸ ਕਰ ਦੇਣਾ। ਮੈਂ ਇੱਕ ਕਿਸੇ ਇਨਸਾਨ ਨੂੰ ਮਿਲੀ ਸੀ, ਉਹਨਾਂ ਦੇ ਕੋਲ ਇਹ ਜਿਹੜਾ ਇਨਹੇਲਰ ਸੀ ਉਹ ਨੱਕ ਦੇ ਵਿੱਚ ਜਿਹੜਾ ਹੈ ਉਹਨੂੰ ਨਹੀਂ, ਨੱਕ ਵਾਲਾ ਇਨਹੇਲਰ ਨਹੀਂ ਨੱਕ 'ਚ ਹੁੰਦਾ, ਨੱਕ ਸਪਰੇਅ ਹੁੰਦਾ, ਉਹ ਨੇਜ਼ਲ ਸਪਰੇਅ ਦੇਈਦਾ ਜੇ ਨੱਕ ਦੀ ਨਾਲ ਪ੍ਰੋਬਲਮ ਹੋਵੇ, ਜਿੱਦਾਂ ਕਿਸੇ ਨੂੰ ਨਾਲ ਨੇਜ਼ੋਬ੍ਰੋਂਕੀਅਲ ਐਲਰਜੀ ਹੈ, ਜ਼ਿਆਦਾਤਰ ਅਸਥਮਾ ਦੇ ਨਾਲ ਜੁੜੀ ਹੁੰਦੀ ਹੈ, ਉਹ ਫਿਰ ਨੱਕ ਸਪਰੇਅ ਕਰੀਦਾ, ਉਹ ਅਲੱਗ ਚੀਜ਼ ਹੈ ਜੀ। ਹੈਗਾ ਅਸਥਮਾ ਦੇ ਨਾਲ, ਦਮੇ ਦੇ ਨਾਲ ਹੀ ਜੁੜਿਆ ਨਹੀਂ, ਉਹ ਅਲੱਗ ਇੱਕ ਐਂਟੀਟੀ ਹੈ, ਉਹ ਕੱਲੀ ਵੀ ਹੋ ਸਕਦੀ ਹੈ, ਕਈ ਵਾਰ ਅਸਥਮਾ ਨਾਲ ਜੁੜੀ ਹੋ ਸਕਦੀ ਹੈ। ਜੇ ਬਹੁਤ ਜ਼ਿਆਦਾ ਜੁੜੀ ਹੈ ਤਾਂ ਉਹਨੂੰ ਅਲੱਗ ਦੇਈਦਾ ਜੀ। ਲੇਕਿਨ ਜਿਹੜਾ ਫੇਫੜੇ 'ਚ ਲੋਕਲ ਜਾਣਾ ਵਾ ਇਹ ਇਹੀ ਜਾਣਾ ਵਾ ਜੀ। ਡਾਕਟਰ ਸਾਹਿਬ ਉਹ ਕਿਹੜੇ ਲੋਕ ਨੇ ਜਿਹਨਾਂ ਨੂੰ ਅਸਥਮਾ ਜਿਹੜਾ ਉਹ ਜਲਦੀ ਹੋ ਜਾਂਦਾ ਹੈ? ਦੇਖੋ, ਜਿਹੜਾ ਅਸਥਮਾ ਜਲਦੀ ਹੁੰਦਾ ਨਾ, ਆਮ ਤੌਰ ਤੇ ਮਰੀਜ਼ ਨੂੰ ਵੀ ਪਤਾ ਹੁੰਦਾ ਜੀ ਕਿ ਮੈਨੂੰ ਐਸਮਾ ਦਾ ਅਟੈਕ ਹੋ ਸਕਦਾ, ਕਿਉਂਕਿ ਉਹਨੂੰ ਆਪਣੇ ਟ੍ਰਿਗਰ ਫੈਕਟਰ ਪਤਾ ਹੁੰਦਾ। ਬੜੇ ਸਾਡੇ ਕੋਲ ਮਰੀਜ਼ ਆਉਂਦੇ ਆ, ਉਹ ਕਹਿਣਗੇ ਕਿ ਚਲੋ ਹੁਣ ਮੈਨੂੰ ਜ਼ੁਕਾਮ ਲੱਗਾ ਵਾ, ਇੱਦਾਂ ਵਾ, ਹੁਣ ਮੇਰਾ ਫੇਫੜਾ ਰੁਕ ਜਾਣਾ ਵਾ, ਮੈਨੂੰ ਸਾਹ ਦੀ ਤਕਲੀਫ ਹੋ ਜਾਣੀ ਹੈ, ਮੇਰੇ ਮਤਲਬ ਸੀਟੀਆਂ ਦੀ ਆਵਾਜ਼ ਵਗੈਰਾ ਮੇਰੀ ਛਾਤੀ 'ਚ ਆਉਣ ਲੱਗ ਪਈ। ਜਿਹੜੇ ਬੰਦੇ ਜ਼ਿਆਦਾ ਸੈਂਸਿਟਿਵ ਹੁੰਦੇ ਆ ਜਾਂ ਫਿਰ ਜਿਹੜਾ ਇਲਾਜ ਆਪਣਾ ਸਹੀ ਨਹੀਂ ਲੈਂਦੇ, ਜਿਹੜਾ ਆਪਣਾ ਜੇ ਡਾਕਟਰ ਪ੍ਰਸਕ੍ਰਾਈਬ ਕਰ ਦਿੰਦਾ ਇਨਹੇਲਰ ਤਾਂ ਉਹਨੂੰ ਜ਼ਰੂਰ ਲਵੋ, ਕਿਉਂਕਿ ਤੁਸੀਂ ਜੇ ਆਪਣਾ ਟ੍ਰੀਟਮੈਂਟ ਨਹੀਂ ਕਰਾਉਣਾ, ਸਭ ਤੋਂ ਸੇਫ ਚੀਜ਼ ਇਹ ਹੈ ਜੇ ਇਨਹੇਲਰ। ਕਈ ਵਾਰੀ ਕੀ ਹੁੰਦਾ ਕਿ ਇਨਹੇਲਰ ਆਪਾਂ ਦੇ ਦਿੱਤਾ ਪੇਸ਼ੈਂਟ ਨੂੰ, ਉਹਨੇ ਇਨਹੇਲਰ ਥੋੜੀ ਦੇਰ ਇਸਤੇਮਾਲ ਕੀਤਾ, ਉਹਨੂੰ ਲੱਗਣ ਲੱਗ ਪਿਆ ਮੈਂ ਤਾਂ ਠੀਕ ਹੋ ਗਿਆ, ਉਹਨੇ ਉਸੇ ਵੇਲੇ ਛੱਡ ਦੇਣਾ। ਲੇਕਿਨ ਕਈ ਵਾਰੀ ਇਹ ਇਨਹੇਲਰ ਲੰਬਾ ਦੇਣਾ ਪੈਂਦਾ, ਕਿਉਂਕਿ ਜਿੱਦਾਂ ਮੈਂ ਦੱਸਿਆ ਸੀ ਜਿਹੜੀ ਫੇਫੜੇ ਨਾਲੀਆਂ ਹੁੰਦੀਆਂ ਨਾ, ਉਹਦੇ ਵਿੱਚ ਸੋਜ ਹੁੰਦੀ ਹੈ। ਜਿਹੜੀ ਸੋਜ ਆ ਉਹ ਇਨਹੇਲਰ ਦੇ ਵਿੱਚ ਜਿਹੜਾ ਸਟੀਰੋਇਡ ਲੋਕਲ ਅਸਰ ਕਰਦਾ ਪਿਆ, ਸੋਜ ਘਟਾਉਂਦੀ ਹੈ, ਅਲਟੀਮੇਟਲੀ ਖਤਮ ਕਰਦੀ ਹੈ। ਜੇ ਆਪਾਂ ਇਹਦਾ ਪ੍ਰੋਪਰ ਇਲਾਜ ਨਹੀਂ ਕਰਵਾਵਾਂਗੇ ਫਿਰ ਇਹ ਅਸਥਮਾ ਕ੍ਰੋਨਿਕ ਬਣ ਜਾਂਦਾ, ਫਿਰ ਬੰਦਾ ਫਿਰ ਉਦਾਂ ਉਹ ਸਾਹ ਦੀ ਤਕਲੀਫ ਨਾਲ ਹੀ ਹੋ ਜਾਏਗਾ। ਕਈ ਵਾਰੀ ਸੀਓਪੀਡੀ ਦੇ ਮਰੀਜ਼ ਨੂੰ ਵੀ ਅਸਥਮਾ ਨਾਲ ਹੁੰਦਾ, ਸੋ ਇਹ ਸੀਓਪੀਡੀ ਤੇ ਉਹ ਏਕੋ ਕਹਿੰਦਾ ਸੀ ਇਹਨੂੰ, ਇਹ ਕਈ ਵਾਰੀ ਓਵਰਲੈਪ ਵੀ ਕਰ ਜਾਂਦਾ। ਸੋ ਦੋਨਾਂ ਦਾ ਇਲਾਜ ਪ੍ਰਣਾਲੀ ਦੇਖਿਆ ਜਾਵੇ ਤਾਂ ਸੀਓਪੀਡੀ ਦੇ ਵਿੱਚ ਤੇ ਇਹਦੇ ਵਿੱਚ ਬੜਾ ਫਰਕ ਹੈ। ਜਿਹਨੂੰ ਦਮੇ ਦੀ ਤਕਲੀਫ ਹੈ ਉਹਨੂੰ ਇਕੱਲੇ ਇਨਹੇਲਰ ਨਾਲ ਵੀ ਕਈ ਵਾਰੀ ਚੱਲ ਸਕਦਾ ਜਾਂ ਫਿਰ ਘਰ ਵਿੱਚ ਅਸੀਂ ਕਈ ਵਾਰੀ ਹੋਮ ਨੈਬੂਲੇਸ਼ਨ ਕਰਦੇ ਹਾਂ, ਹੋਮ ਨੈਬੂਲੇਸ਼ਨ ਕਹੀਦਾ। ਨੈਬੂਲਾਈਜ਼ਰ ਛੋਟੀ ਜਿਹੀ ਮਸ਼ੀਨ ਹੁੰਦੀ ਹੈ, ਉਹਦੇ ਵਿੱਚ ਇਹੀ ਸਾਲਟ ਤਕਰੀਬਨ ਮਿਲਦਾ ਜੁਲਦਾ ਸਾਲਟ, ਉਹਨੂੰ ਲਿਕੁਇਡ ਫਾਰਮ 'ਚ ਆਉਂਦਾ ਵਾ, ਉਹਨੂੰ ਵਿੱਚ ਪਾ ਦਿੱਤਾ, ਨੈਬੂਲਾਈਜ਼ਰ ਮਸ਼ੀਨ ਚਲਾਈ ਦੀ, ਫਿਰ ਉਹ ਜਿਹੜੀਆਂ ਉਹਦੀਆਂ ਵੇਪਰਸ ਬਣਦੇ ਆ ਉਹ ਪੇਸ਼ੈਂਟ ਸਾਹ ਨਾਲ ਲੈਂਦਾ ਇੱਦਾਂ, ਕਿਉਂਕਿ ਕਈ ਵਾਰੀ ਇਹ ਕੰਡੀਸ਼ਨ ਆ ਜਾਂਦੀ ਅਸਥਮਾ ਦੇ ਵਿੱਚ ਅਟੈਕ ਹੋ ਜਾਂਦਾ ਤੇ ਬੰਦਾ ਇਹ ਖਿੱਚ ਨਹੀਂ ਸਕਦਾ ਪ੍ਰੋਪਰ। ਜੇ ਨਹੀਂ ਖਿੱਚ ਸਕਦਾ ਫਿਰ ਨੈਬੂਲਾਈਜ਼ਰ ਤਾਂ ਹੀ ਆਪਾਂ ਹਸਪੀਟਲ ਜਦੋਂ ਕਰਦੇ ਤਾਂ ਉਹਨੂੰ ਨੈਬੂਲਾਈਜ਼ ਹੀ ਕਰੀਦਾ ਤਕਰੀਬਨ। ਅਕਸਰ ਲੋਕ ਘਰਾਂ ਦੇ ਵਿੱਚ ਵੀ ਅੱਜ ਕੱਲ੍ਹ ਰੱਖਦੇ ਆ ਕਿ ਲੋੜ ਪੈਣ 'ਤੇ ਇਸਤੇਮਾਲ ਕਰ ਸਕੀਏ। ਅੱਛਾ ਡਾਕਟਰ ਸਾਹਿਬ, ਅਕਸਰ ਅਸੀਂ ਦੇਖਦੇ ਹਾਂ ਕਿ ਛੋਟੇ ਬੱਚਿਆਂ ਨੂੰ ਵੀ ਕਈ ਵਾਰ ਜਿਹੜਾ ਦਮਾ ਹੋ ਜਾਂਦਾ ਔਰ ਉਹਨਾਂ ਨੂੰ ਚਾਈਲਡ ਅਸਥਮਾ ਕਿਹਾ ਜਾਂਦਾ ਬੱਚਿਆਂ ਨੂੰ, ਉਹਨਾਂ ਦੇ ਵਿੱਚ ਜੇਕਰ ਸਾਨੂੰ ਸਮਝ ਨਾ ਆਵੇ ਮਤਲਬ ਉਸ ਚੀਜ਼ ਨੂੰ ਡਾਇਗਨੋਸ ਕਿੱਦਾਂ ਕੀਤਾ ਜਾਵੇ, ਕਿੱਦਾਂ ਪਤਾ ਲੱਗੇ ਕਿ ਇਸ ਬੱਚੇ ਨੂੰ ਜਿਹੜਾ ਵਾ ਦਮਾ? ਦੇਖੋ ਇੱਦਾਂ ਹੈਗਾ, ਜ਼ਿਆਦਾਤਰ ਬੱਚਿਆਂ ਦੇ ਵਿੱਚ ਜਿੰਨਾ ਵੀ ਐਸਮਾ ਹੁੰਦਾ ਨਾ ਉਹ ਕਲੀਨਿਕਲੀ ਡਾਇਗਨੋਸ ਹੋ ਜਾਂਦਾ ਜੀ। ਸਾਡੇ ਕੋਲ ਮਰੀਜ਼ ਆਊਗਾ, ਉਹਦੇ ਸਿੰਪਟਮਸ ਐਸੇ ਹੋਣਗੇ ਨਾ ਤੇ ਸਾਨੂੰ ਪਤਾ ਲੱਗ ਜਾਏਗਾ ਕਿ ਇਹਨੂੰ ਬ੍ਰੌਂਕੀਅਲ ਐਸਮਾ ਹੀ ਹੈ, ਹੋਰ ਪ੍ਰੋਬਲਮ ਨਹੀਂ ਹੈ। ਫਿਰ ਅਸੀਂ ਉਹਦੇ ਟੈਸਟ ਕਰਾ ਲਈਦੇ। ਜੇ ਤਾਂ ਛੋਟਾ ਬੱਚਾ ਉਹਦੇ ਲੰਗ ਫੰਕਸ਼ਨ ਟੈਸਟ ਨਹੀਂ ਹੋ ਸਕਦੇ, ਲੇਕਿਨ ਅਦਰਵਾਈਜ਼ ਜਿਹੜਾ ਥੋੜਾ ਜਿਹਾ ਵੱਡਾ ਬੱਚਾ ਉਹਦੇ 'ਚ ਅਸੀਂ ਲੰਗ ਫੰਕਸ਼ਨ ਟੈਸਟ ਕਰ ਲਈਦੇ। ਫੇਫੜੇ ਦੀ ਇੱਕ ਛੋਟੀ ਜਿਹੀ ਹੁੰਦੀ ਮਸ਼ੀਨ, ਉਹਦੇ ਨਾਲ ਫੂਕ ਭਰਦੇ, ਉਹਦੇ ਵਿੱਚ ਹਵਾ ਭਰਨੀ ਹੁੰਦੀ ਹੈ ਤੇ ਉਹ ਦੇਖਣੀ ਹੁੰਦੀ। ਫਿਰ ਅਸੀਂ ਦਵਾਈ ਕਰਾ ਕੇ ਇਨਹੇਲਰ ਕਰਾ ਕੇ ਉਹਨੂੰ ਦੁਬਾਰਾ ਕਰੀਦਾ। ਜੇ ਰਿਵਰਸੀਬਲ ਹੋ ਜੇ ਚੇਂਜ, ਮਤਲਬ ਇੱਕ ਵਾਰੀ ਪਹਿਲਾਂ ਲਿਆ ਜੋ ਚੇਂਜ ਆ ਗਿਆ, ਸਾਨੂੰ ਲੱਗਣਾ ਕਿ ਇੰਨਾ ਕੁ obstruction ਆ ਗਈ, ਇੰਨਾ ਕੁ ਆ ਗਿਆ, ਜਦੋਂ ਦੁਬਾਰਾ ਇਨਹੇਲਰ ਨਾਲ ਦਿੱਤਾ ਫਿਰ ਉਹ ਆਣਾ ਕਿ ਰਿਵਰਸੀਬਲ ਹੋ ਗਿਆ। ਜੇ 15% ਤੋਂ ਉੱਪਰ ਰਿਵਰਸੀਬਲ ਹੋ ਜਾਂਦਾ ਨਾ, ਇਹਦਾ ਮਤਲਬ ਡਾਇਗਨੋਸਿਸ ਜਿਹੜਾ ਨਾ ਬ੍ਰੌਂਕੀਅਲ ਐਸਮਾ। ਸੋ ਇਹ ਰਿਵਰਸੀਬਲ ਡਿਜ਼ੀਜ਼ ਹੈ, ਦੂਜੀਆਂ ਰਿਵਰਸੀਬਲ ਡਿਜ਼ੀਜ਼ ਨਹੀਂ ਹੈਗੀਆਂ। ਬੱਚਿਆਂ ਦੇ ਵਿੱਚ ਤੁਸੀਂ ਪੁੱਛਿਆ ਸੀ, ਬੱਚਿਆਂ ਵਿੱਚ ਕਲੀਨਿਕਲੀ ਡਾਇਗਨੋਸ ਹੋ ਜਾਂਦਾ, ਦੂਰੋਂ ਹੀ ਪਤਾ ਲੱਗਦਾ ਬੱਚਾ ਵੀਜ਼ ਕਰਦਾ ਪਿਆ, ਸਾਹਾਂ ਦੀ ਆਵਾਜ਼ ਆਉਂਦੀ ਪਈ, ਸਾਹ ਲੈਣਾ ਔਖਾ ਹੁੰਦਾ ਪਿਆ। ਬਾਕੀ ਫਿਰ ਉਹਦਾ ਐਕਸਰੇ ਚੈਸਟ ਕਰਾਈਦਾ, ਥੋੜ੍ਹੇ ਜਿਹੇ ਟੈਸਟ ਕਰਾਈਦੇ ਆ, ਬਾਕੀ ਸਟੈਥੋ ਨਾਲ ਐਗਜ਼ਾਮਿਨ ਹੋ ਕੇ ਪਤਾ ਲੱਗ ਜਾਂਦਾ, ਕਾਫੀ ਪਤਾ ਲੱਗਦਾ। ਫਿਰ ਅਸੀਂ ਥੋੜ੍ਹੇ ਜਿਹੇ ਬਲੱਡ ਟੈਸਟ ਕਰਾਈਦੇ ਆ, ਉਹ 'ਚ ਦੇਖੀਦਾ ਈਓਸਿਨੋਫਿਲ ਕਾਊਂਟ ਕਿੰਨਾ ਕੁ ਹੈ ਜਾਂ ਐਲਰਜੀ ਕਿੰਨੀ ਕੁ ਹੈ, ਫਿਰ ਉਹਦੇ ਹਿਸਾਬ ਨਾਲ ਉਹਨੂੰ ਟ੍ਰੀਟ ਕਰੀਦਾ। ਬੱਚੇ ਦੇ ਵਿੱਚ ਜਿੱਦਾਂ ਬੱਚਿਆਂ 'ਚ ਵੀ ਨੈਬੂਲਾਈਜ਼ ਕਰੀਦਾ ਤੇ ਬੱਚੇ ਬੜੇ ਸੋਹਣੇ ਰਿਕਵਰ ਕਰਦੇ ਆ। ਗੱਲ ਸਿਰਫ ਇੱਥੇ ਆਉਂਦੀ ਆ ਕਿ ਜਿਹੜਾ ਇਹਦਾ ਨਾ ਮੈਲ ਟ੍ਰੀਟਮੈਂਟ ਹੋਵੇ, ਜੇ ਇਹਦਾ ਇਲਾਜ ਗਲਤ ਲਿਆ ਗਿਆ ਫਿਰ ਇਹ ਕ੍ਰੋਨਿਕ ਬਣ ਜਾਂਦਾ, ਫਿਰ ਬੱਚਾ ਵੀ ਕ੍ਰੋਨਿਕ ਹੋ ਜਾਂਦਾ, ਫਿਰ ਉਹ ਦਵਾਈਆਂ ਤੇ ਪੈ ਜਾਂਦਾ, ਇਹ ਚੀਜ਼ ਹੈ। ਅੱਛਾ, ਜੇ ਕ੍ਰੋਨਿਕ ਹੋ ਜਾਵੇ ਮੰਨ ਲਓ ਇੱਕ, ਤੇ ਫਿਰ ਕਿਹੜੀਆਂ ਹੋਰ ਬਿਮਾਰੀਆਂ ਨੇ ਜਿਹੜੀਆਂ ਆ ਕੇ ਘੇਰ ਲੈਂਦੀਆਂ ਨੇ ਬੰਦੇ ਨੂੰ? ਨਹੀਂ, ਕ੍ਰੋਨਿਕ ਜੇ ਹੋ ਗਿਆ ਤਾਂ ਇਹਦਾ ਮਤਲਬ ਉਹਦੇ ਸਰੀਰ ਦਾ ਰੈਜ਼ਿਸਟੈਂਸ ਵੀ ਘਟ ਗਿਆ। ਜੋ ਰੈਜ਼ਿਸਟੈਂਸ ਘਟਣਾ ਸ਼ੁਰੂ ਹੋ ਗਿਆ ਫਿਰ ਤਾਂ ਬਿਮਾਰੀ ਨੂੰ ਦਾਵਤ ਹੀ ਦਾਂਗੇ ਨਾ। ਵੱਡੀ ਗੱਲ ਤਾਂ ਇਹ ਹੈ ਕਿ ਜੇ ਕ੍ਰੋਨਿਕ ਹੋ ਗਿਆ ਤਾਂ ਉਹਨੂੰ ਵਿਚਾਰੇ ਨੂੰ ਸਾਹ ਦੀ ਤਕਲੀਫ ਹੁੰਦੀ ਰਹੇਗੀ ਬਾਰ-ਬਾਰ। ਸਾਹ ਦੀ ਤਕਲੀਫ ਇਟਸੈਲਫ ਹੀ ਬੜੀ ਵੱਡੀ ਇੱਕ ਸਮੱਸਿਆ ਹੈਗੀ ਹੈ।
ਸੋ ਜਿੱਦਾਂ ਹੁਣ ਕੋਵਿਡ ਹੈ, ਪਿੱਛੇ ਕੋਵਿਡ ਹੋਇਆ, ਜਿਹੜੇ ਸਾਹ ਵਾਲੇ ਮਰੀਜ਼ ਸੀ ਉਹ ਜ਼ਿਆਦਾ ਸਫਰ ਕੀਤੇ, ਜਿਨ੍ਹਾਂ ਨੂੰ ਪਹਿਲਾਂ ਬ੍ਰੌਂਕੀਅਲ ਐਸਮਾ ਸੀ ਜਾਂ COPD ਸੀਗੀ ਜਾਂ ਸਾਹ ਦੀ ਹੋਰ ਕੋਈ ਤਕਲੀਫ ਸੀਗੀ, ਉਹਨਾਂ ਨੇ ਜ਼ਿਆਦਾ ਸਫਰ ਕੀਤਾ, ਜਿਨ੍ਹਾਂ ਦਾ ਫੇਫੜਾ ਜ਼ਿਆਦਾ ਡੈਮੇਜ ਹੋ ਚੁੱਕਾ ਸੀ। ਫਿਰ ਕਈ ਵਾਰੀ ਉਹ ਫੇਫੜੇ ਦੇ ਪਰਮਾਨੈਂਟ ਡੈਮੇਜ ਵੀ ਕਰ ਜਾਂਦੀ ਸੀ। ਸੋ ਗੱਲ ਤਾਂ ਇਹੀ ਆਉਂਦੀ ਕਿ ਅਲਟੀਮੇਟਲੀ ਸਮੇਂ ਸਿਰ ਸਹੀ ਡਾਕਟਰ ਕੋ ਸਹੀ ਡਾਇਗਨੋਸ ਕਰਾ ਕੇ ਸਹੀ ਇਲਾਜ ਕਰਾਇਆ ਜਾਵੇ। ਜੀ ਅੱਛਾ, ਹੁਣ ਕਰਦੇ ਆਪਾਂ ਨੌਜਵਾਨਾਂ ਦੀ ਗੱਲ, ਕਿਉਂਕਿ ਨੌਜਵਾਨ ਸਾਡਾ ਅੱਜ ਦਾ ਬੜਾ ਦੌੜ ਭੱਜ ਦੀ ਜ਼ਿੰਦਗੀ ਜੀ ਰਿਹਾ। ਦੌੜ ਭੱਜ ਦੇ ਨਾਲ ਨਾਲ ਕਈਆਂ ਦਾ ਤੇ ਖਾਣਾ ਵੀ ਜਿਹੜਾ ਨਾ ਉਹ ਸਹੀ ਨਹੀਂ ਹੈ, ਕਾਰਨ ਕਿ ਘਰਾਂ 'ਚੋਂ ਬਾਹਰ ਰਹਿੰਦੇ ਨੇ ਤੇ ਖਾਣਾ ਪੀਣਾ ਜਿਹੜਾ ਜੋ ਮਿਲ ਗਿਆ ਉਹ ਖਾ ਲਿਆ। ਕਿ ਖਾਣ ਪੀਣ ਦੇ ਨਾਲ ਵੀ ਜਿਹੜਾ ਸਾਡੇ ਨੌਜਵਾਨਾਂ ਦੇ ਵਿੱਚ ਇਸ ਚੀਜ਼ ਨੂੰ ਦੇਖਿਆ ਗਿਆ ਕਿ ਦਮੇ ਦੀ ਤਾਦਾਦ ਜਿਹੜੀ ਆ ਉਹ ਵੱਧ ਰਹੀ ਹੈ। ਦੇਖੋ, ਖਾਣ ਪੀਣ ਨਾਲ ਬਹੁਤ ਜ਼ਿਆਦਾ ਰਿਲੇਸ਼ਨ ਨਹੀਂ ਹੈਗਾ। ਪਰਟੀਕੂਲਰ ਫੂਡ ਤੋਂ ਬਹੁਤ ਘੱਟ ਐਲਰਜੀ ਹੁੰਦੀ ਹੈ ਜੀ। ਥੋੜ੍ਹੀ ਬਹੁਤੀ ਚਾਈਨੀਜ਼ ਫੂਡ ਤੋਂ ਕਹੀਦਾ ਸੀ, ਉਸ ਤੋਂ ਕਈਆਂ ਨੂੰ। ਪਰ ਇਹ ਹੈ ਕਿ ਉਹ ਜਿਹੜਾ ਪੇਸ਼ੈਂਟ ਜਿਹੜਾ ਸੈਂਸਿਟਿਵ ਹੈ, ਉਹਨੂੰ ਖੁਦ ਪਤਾ ਹੁੰਦਾ ਕਿ ਮੈਂ ਜੇ ਖਾਣਾ ਖਾਊਂਗਾ ਤਾਂ ਮੈਨੂੰ ਹੋ ਜਾਏਗੀ। ਅਦਰਵਾਈਜ਼ ਖਾਣੇ ਨਾਲ ਇੰਨਾ ਨਹੀਂ, ਪਰ ਜਿਹੜਾ ਜੰਕ ਫੂਡ ਤੇ ਦੂਸਰਾ ਖਾਣਾ ਨਾ, ਉਹ ਅਦਰਵਾਈਜ਼ ਸਿਹਤ 'ਤੇ ਅਸਰ ਕਰਦਾ ਪਿਆ। ਜੇ ਮੋਟਾਪਾ ਹੀ ਆ ਗਿਆ, ਤੁਹਾਡੀ ਟੰਮੀ ਇੰਨੀ ਵੱਧ ਗਈ, ਪੇਟ ਵੱਧ ਗਿਆ, ਉਹਨੇ ਡਾਇਆਫਰਾਮ ਤੇ ਜਿਹੜਾ ਅਸਲੀ ਜਿਹੜਾ ਮਸਲ ਹੁੰਦਾ ਸਾਹ ਲੈਣ ਦਾ, ਉਹਦੇ ਤੇ ਪ੍ਰੈਸ਼ਰ ਪਾਉਣਾ। ਕਿਉਂਕਿ ਅਸੀਂ ਕੋਵਿਡ 'ਚ ਵੀ ਦੇਖਿਆ, ਜਦੋਂ ਕਰੋਨਾ 'ਚ ਮੇਰੇ ਕੋਲ ਕੋਵਿਡ ਦਾ ਹੀ ਚਾਰਜ ਸੀਗਾ ਇੱਥੇ, ਤੇ ਕੋਵਿਡ 'ਚ ਮੈਂ ਦੇਖਿਆ ਕਿ ਜਿਹੜੇ ਬੰਦੇ ਓਬੀਸ ਸੀਗੇ, ਮੋਟਾਪਾ ਜਿਹਨਾਂ ਨੂੰ ਜ਼ਿਆਦਾ ਸੀ ਨਾ, ਉਹਨਾਂ ਨੇ ਜ਼ਿਆਦਾ ਸਫਰ ਕੀਤਾ, ਕਿਉਂਕਿ ਸਾਹ ਦੀ ਤਕਲੀਫ ਉਹਨਾਂ ਨੂੰ ਜ਼ਿਆਦਾ ਆਉਂਦੀ ਸੀ। ਇਸੇ ਕਰਕੇ ਕਈ ਵਾਰੀ ਅਸੀਂ ਮਰੀਜ਼ਾਂ ਨੂੰ ਕਹਿੰਦੇ ਪੁੱਠੇ ਲੇਟੋ, ਪੁੱਠੇ ਲੇਟੋ, ਤਾਂ ਕਿ ਉਹਦਾ ਡਾਇਆਫਰਾਮ ਨੀਚੇ ਜਿੰਨਾ ਹੋ ਸਕੇ ਜਾਏ। ਸੋ ਇਹ ਹੈਗਾ ਕਿ ਜੰਕ ਫੂਡ ਨਾਲ ਬੰਦਾ ਦਾ ਮੋਟਾਪਾ ਜ਼ਿਆਦਾ ਹੈਗਾ, ਹੈਲਦੀ ਲਾਈਫ ਸਟਾਈਲ ਤਾਂ ਖਤਮ ਹੀ ਹੋਏਗਾ। ਸੋ ਹਰ ਚੀਜ਼ ਦਾ, ਜੇ ਤੁਸੀਂ ਐਕਸਰਸਾਈਜ਼ ਕਰਦੇ, ਜਿਹੜਾ ਬੰਦਾ ਨਾਰਮਲ ਐਕਸਰਸਾਈਜ਼ ਕਰਦਾ, ਉਹਨੂੰ ਇਹ ਚੀਜ਼ਾਂ ਘੱਟ ਹੁੰਦੀਆਂ, ਕਿਉਂਕਿ ਉਹਦੀ ਸਾਹ ਪ੍ਰਣਾਲੀ ਉਨੀ ਫੈਲੀ ਰਹਿੰਦੀ ਹੈ। ਔਰ ਮੈਂ ਇੱਕ ਹੋਰ ਗੱਲ ਦੱਸਣੀ ਚਾਹੂੰਗਾ ਕਿ ਜਿਹੜੀ ਬ੍ਰੌਂਕੀਅਲ ਐਸਮਾ ਦੇ ਪੇਸ਼ੈਂਟ ਹੈ, ਉਹਨਾਂ ਲਈ ਸਵਿਮਿੰਗ ਬਹੁਤ ਵਧੀਆ ਐਕਸਰਸਾਈਜ਼ ਹੈ। ਡਰਾਈ ਵੈਦਰ ਉਹਨਾਂ ਲਈ ਜ਼ਰੂਰ ਖਤਰਨਾਕ ਹੁੰਦਾ, ਕਿਉਂਕਿ ਡਰਾਈ ਏਅਰ ਜਾਊਗੀ ਤਾਂ ਉਹ ਜਿਹੜੀ ਸੋਜ ਅੰਦਰ ਹੋਰ ਵਧੇਗੀ। ਜੀ, ਐਕਸਰਸਾਈਜ਼ ਦੀ ਅਸੀਂ ਗੱਲ ਕਰ ਰਹੇ ਹਾਂ, ਤੇ ਇਹਦੇ ਵਿੱਚ ਵੀ ਕੋਈ ਐਕਸਰਸਾਈਜ਼ ਦੱਸੀਆਂ ਜਾਂਦੀਆਂ ਨੇ ਕਿ ਜੇ ਦਮੇ ਤੋਂ ਬਚਾਅ ਕਰਨਾ ਸੀ ਆਪਣਾ, ਜਾਂ ਇਸ ਬਿਮਾਰੀ ਤੋਂ ਸਦਾ ਲਈ ਆਪਾਂ ਪਿੱਛਾ ਛੁਡਾਉਣਾ, ਤਾਂ ਉਹਦੇ ਵਾਸਤੇ ਪਰਟੀਕੂਲਰ ਕੋਈ ਐਕਸਰਸਾਈਜ਼ ਵੀ ਦੱਸੀਆਂ ਜਾਂਦੀਆਂ ਨੇ? ਸਾਹ ਦੀਆਂ ਤਕਲੀਫਾਂ ਦੇ ਵਿੱਚ ਐਕਸਰਸਾਈਜ਼ ਦਾ ਰੋਲ ਤਾਂ ਕਾਫੀ ਹੈ। ਇੱਕ ਤਾਂ ਅਸੀਂ ਦੱਸੀ ਦਾ ਪਰਸ ਲਿਪ ਬਰੀਥਿੰਗ ਕਹੀਦਾ ਉਹਨੂੰ। ਬੰਦੇ ਨੇ ਲੰਬਾ ਸਾਹ ਲੈਣਾ, ਖਾਸ ਕਰਕੇ COPD ਦੇ ਮਰੀਜ਼ਾਂ ਲਈ। ਕੀ ਹੁੰਦਾ, COPD ਦੇ ਮਰੀਜ਼ਾਂ ਦੇ ਵਿੱਚ ਜਿਹੜਾ ਫੇਫੜੇ ਦੇ ਨੀਚੇ ਵਾਲੇ ਪੋਰਸ਼ਨ ਹੁੰਦੇ ਨਾ, ਅਸੀਂ ਉਹਨਾਂ ਨੂੰ ਐਲਵੀਓਲਾਈ ਕਹੀਦਾ, ਉਹ ਬੰਦ ਹੋ ਜਾਂਦੇ ਤੇ ਬੰਦਾ ਸਾਹ ਲੈਣਾ ਔਖਾ ਹੁੰਦਾ। ਉਹ ਆਪਾਂ ਨੀਚੇ ਵਾਲੇ ਪੋਰਸ਼ਨ ਵਾਲੇ ਖੋਲ੍ਹਨੇ ਆ ਕਿਸੇ ਤਰੀਕੇ। ਖਾਸ ਕਰਕੇ ਕੋਵਿਡ ਦੇ ਵਿੱਚ ਐਕਸਰਸਾਈਜ਼ ਬਹੁਤ ਜ਼ਿਆਦਾ ਕੰਮ ਆਈ। ਤੁਸੀਂ ਕਿਸੇ ਜਾਓ, ਤੁਸੀਂ ਆਪਣਾ ਖੁੱਲੀ ਜਗ੍ਹਾ 'ਤੇ ਜਾਓ, ਲੰਬਾ ਸਾਹ ਲਓ, ਲੰਬਾ ਸਾਹ ਜਿੰਨਾ ਲੈ ਸਕਦੇ, ਡੀਪ ਬ੍ਰੈਥ ਲੈ ਕੇ ਉਹਨੂੰ, ਫਿਰ ਸਾਹ ਨੂੰ ਰੋਕੋ, ਫਿਰ ਇੱਦਾਂ ਬੰਦ ਕਰੋ ਮੂੰਹ, ਇੱਦਾਂ ਮੂੰਹ ਬੰਦ ਕਰਕੇ, ਫਿਰ ਉਹ ਅੰਡਰ ਰੈਜ਼ਿਸਟੈਂਸ, ਇਹਦੇ ਰੈਜ਼ਿਸਟੈਂਸ 'ਚ ਖੋਲ੍ਹਣੀ ਹੈ ਇਸ ਤਰ੍ਹਾਂ, ਤਾਂ ਕਿ ਪਿਛਲਾ ਫੇਫੜੇ ਦਾ ਸਾਹ ਖੁੱਲ ਜਾਏ। ਉਸ ਤੋਂ ਬਾਅਦ ਤੁਸੀਂ ਖੁੱਲ੍ਹੇ ਏਰੀਆ ਜਾ ਕੇ ਥੋੜ੍ਹੀ ਜਿਹੀ ਕਫਿੰਗ ਕਰੋ, ਜੇ ਬਲਗਮਾ ਤੋਂ ਜਿਹੜੀ ਬਲਗਮਾ ਉਹ ਨਿਕਲ ਜਾਏਗੀ। ਸਿੰਪਲ ਛੋਟੀ ਜਿਹੀ ਐਕਸਰਸਾਈਜ਼ ਹੈ, ਇਹਨੂੰ ਪਰਸ ਲਿਪ ਬਰੀਥਿੰਗ ਕਹਿੰਦੇ ਅਸੀਂ। ਕਿਉਂਕਿ ਜਿਹੜੇ ਇਹ ਫੇਫੜੇ ਹੈ, ਦੋ ਫੇਫੜੇ ਇੱਕ ਬੈਲੂਨ ਹੈ, ਇਹ ਇਸ ਤਰ੍ਹਾਂ ਫੈਲਦੇ। ਬੜਾ ਇਹਨਾਂ ਵਧੀਆ ਚੀਜ਼ ਪਰਮਾਤਮਾ ਨੇ ਬਣਾਈ ਹੋਈ ਹੈ। ਇਸ ਤਰ੍ਹਾਂ ਇਹਨਾਂ ਨੇ ਫੈਲਣਾ ਖੁੱਲ੍ਹਣਾ, ਇਹਨਾਂ ਨੇ ਮਤਲਬ ਜਿਹੜਾ ਬਲੱਡ ਆਉਣਾ ਵਾ ਹਾਰਟ 'ਚੋਂ, ਇੰਪਿਓਰ ਬਲੱਡ ਹੈ, ਉਹਨੂੰ ਸਾਫ਼ ਕਰਕੇ ਇਹਨਾਂ ਨੇ ਸਾਰੀ ਬੋਡੀ ਦੇ ਵਿੱਚ ਸਰੀਰ 'ਚ ਭੇਜਦੇ। ਤੇ ਜਦੋਂ ਇਹ ਹਾਰਡ ਹੋ ਗਏ, ਸਪੋਜ਼ ਕਰੋਨਾ ਦੇ ਵਿੱਚ ਵੀ ਇੱਦਾਂ ਹੀ ਹੁੰਦਾ ਸੀ, ਫਾਈਬਰੋਸਿਸ ਕਰ ਦਿੰਦਾ, ਕਾਰਨ ਉਹਦਾ ਡਿਫਰੈਂਟ ਸੀਗਾ, ਉਹ ਫਿਰ ਹਾਰਡ ਹੋ ਜਾਂਦੇ। ਇੱਦਾਂ ਹੀ ਇੱਕ ਫੇਫੜੇ ਦੀ ਡਿਜ਼ੀਜ਼ ਹੁੰਦੀ, ਇੰਟਰਸਟੀਸ਼ੀਅਲ ਲੰਗ ਡਿਜ਼ੀਜ਼, ਉਹ ਕਰੋਨਿਕ ਹੋ ਜਾਂਦੀ ਹੈ। ਉਹਦੇ ਵਿੱਚ ਫੇਫੜਾ ਹਾਰਡ ਹੋ ਜਾਂਦਾ। ਜਦੋਂ ਹਾਰਡ ਹੋ ਕੇ ਬੈਲੂਨ ਫੈਲੇਗਾ ਨਹੀਂ, ਇੱਦਾਂ ਨਹੀਂ ਕਰੇਗਾ, ਉਹ ਬਲੱਡ ਵੀ ਨਹੀਂ ਉੱਦਾਂ ਕੱਢੇਗਾ, ਤੇ ਬੰਦੇ ਨੂੰ ਸਾਹ ਲੈਣ 'ਚ ਵੀ ਤਕਲੀਫ ਹੋਏਗੀ। ਛੋਟੀਆਂ ਮੋਟੀਆਂ ਐਕਸਰਸਾਈਜ਼ ਕਾਫੀ ਕੰਮ ਆਉਂਦੀਆਂ ਜੀ। ਸੋ ਗੱਲ ਕਰਦੇ ਹਾਂ ਕਰੋਨਾ ਕਾਲ ਦੀ, ਕਿਉਂਕਿ ਪਿੱਛੇ ਜੇ ਅਸੀਂ ਬੜੇ ਬੁਰੇ ਦੌਰ 'ਚ, ਜਿੱਦਾਂ ਕਹਿ ਲਓ ਪੂਰੀ ਦੁਨੀਆ ਨਿਕਲੀ ਹੈ, ਕੋਵਿਡ ਦੇ ਦੌਰਾਨ ਸਾਹ ਦੀਆਂ ਕੋਈ ਨਵੀਆਂ ਬਿਮਾਰੀਆਂ ਵੀ ਵਿੱਚ ਐਂਟਰ ਕੀਤੀਆਂ ਨੇ, ਜਾਂ ਦਮੇ ਦੇ ਨਾਲ ਹੀ ਜੁੜੀਆਂ ਬਿਮਾਰੀਆਂ ਸਨ? ਦੇਖੋ, ਕੋਵਿਡ ਦੇ ਵਿੱਚ ਇੱਦਾਂ ਹੈਗਾ ਕਿ ਨਵੀਆਂ ਬਿਮਾਰੀਆਂ ਜਿਹੜੀ ਪੁਰਾਣੀਆਂ ਸੀਗੀਆਂ ਉਹ ਜ਼ਿਆਦਾ ਫੈਲ ਗਈਆਂ, ਕਹਿ ਲਓ, ਉਹ ਜ਼ਿਆਦਾ ਸਫਰ ਕੀਤੀਆਂ। ਹਾਲਾਂਕਿ ਕੋਵਿਡ ਦੇ ਵਿੱਚ ਮੈਂ ਕਹਿੰਦਾ ਕਿ ਕੁਝ ਬਿਮਾਰੀਆਂ ਤਾਂ ਸਗੋਂ ਘੱਟ ਗਈਆਂ, ਕਿਉਂਕਿ ਇੱਕ ਤਾਂ ਲੋਕੀ ਇੱਥੇ ਫੋਕਸ ਹੋ ਗਏ, ਬਾਹਰ ਆਉਣੇ ਬੰਦ ਹੋ ਗਏ, ਘਰ ਦੇ ਡਾਈਟ ਲੈਣ ਲੱਗ ਪਏ, ਘਰਾਂ ਵਿੱਚ ਬੈਠਣ ਲੱਗ ਪਏ, ਆਪਣੀ ਫੈਮਿਲੀ ਦੇ ਵਿੱਚ ਬੈਠਣ ਲੱਗ ਪਏ, ਉਹਨਾਂ ਨੂੰ ਵੀ ਲੱਗਣ ਲੱਗ ਪਿਆ ਵੀ ਫੈਮਿਲੀ ਵਾਲੇ ਵੀ ਚੰਗੇ ਬੰਦੇ ਹੁੰਦੇ ਆ, ਤੇ ਇੱਦਾਂ ਮਿਲ ਵਰਤਾਵ ਵੱਧ ਗਿਆ। ਫਿਰ ਦੂਸਰਾ, ਸੈਨੀਟਾਈਜ਼ਰ ਵਗੈਰਾ ਦਾ ਯੂਜ਼ ਹੋਣਾ ਸ਼ੁਰੂ ਹੋ ਗਿਆ, ਮਾਸਕ ਦਾ ਯੂਜ਼ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਮਾਸਕ ਹਵਾ ਦੇ ਥਰੂ ਤਾਂ ਪੋਲਿਊਸ਼ਨ ਥਰੂ ਤਾਂ ਹੁੰਦਾ ਸੀ। ਸੋ ਇਨਫੈਕਟ ਕਰੋਨਾ ਦੇ ਵਿੱਚ ਦੂਜੀਆਂ ਬਿਮਾਰੀਆਂ ਘੱਟ ਗਈਆਂ। ਕਰੋਨਾ ਨੇ ਸਾਨੂੰ ਬੜਾ ਵੱਡਾ ਸਬਕ ਦਿੱਤਾ ਕਿ ਜਿਹੜੇ ਆਪਾਂ ਇਹ ਹਾਈਜੀਨਿਕ ਮੈਜਰ
ਆਪਾਂ ਕਰੋਨਾ ਤੋਂ ਡਰਦੇ ਹੋਏ ਕਰਦੇ ਸੀ ਜੀ, ਕਿਉਂ ਨਾ ਅੱਗੋਂ ਵੀ ਕੀਤੇ ਜਾਣ ਜੀ। ਹੁਣ ਦੇਖੋ ਕਰੋਨਾ ਇਸ ਵੇਲੇ ਪੈਂਡੈਮਿਕ ਨੂੰ ਠੱਲ ਪਈ ਹੋਈ ਹੈ ਜੀ, ਲੇਕਿਨ ਜੇ ਦੇਖਿਆ ਜਾਵੇ ਤਾਂ ਆਪਾਂ ਭੁੱਲ ਗਏ ਵੀ ਕਰੋਨਾ ਸੀਗਾ। ਲੋਕੀ ਦੇਖੋ ਇਦਾਂ ਤੁਰੇ ਫਿਰਦੇ ਆ, ਇੰਨੀ ਗੈਦਰਿੰਗ ਸ਼ੁਰੂ ਹੋ ਗਈਆਂ, ਸਾਰਾ ਕੁਝ ਉੱਦਾਂ ਨਾਰਮਲ ਲਾਈਫ ਸਟਾਈਲ ਸ਼ੁਰੂ ਹੋ ਗਿਆ ਵਾ ਜੀ। ਤੇ ਆਪਾਂ ਉਹ ਚੀਜ਼ਾਂ ਫਿਰ ਭੁੱਲ ਗਏ ਆ। ਹਾਲੇ ਵੀ ਚਲੋ ਅੱਛੀ ਗੱਲ ਆ ਤੁਹਾਡੇ ਕੋਲ ਹਮੇਸ਼ਾ ਸੈਨੀਟਾਈਜ਼ਰ ਹੋਵੇ। ਤੁਸੀਂ ਦੇਖੋ ਡਾਇਰੀਆ ਡਿਸੈਂਟਰੀ ਸੈਨੀਟਾਈਜ਼ਰ ਨਾਲ ਖਤਮ ਹੋ ਜਾਣੀ ਜੀ। ਸੋ ਸਾਡੇ ਕੋਲ ਲੂਜ਼ ਮੋਸ਼ਨ ਮਰੀਜ਼ਾਂ ਨੇ ਬੰਦ ਹੋ ਗਏ ਜੀ। ਜਿਹੜੀ ਦੂਜੀਆਂ ਸਾਹ ਦੀ ਤਕਲੀਫਾਂ ਸੀ ਕਿਉਂਕਿ ਮਾਸਕ ਪਾਉਣੇ ਸ਼ੁਰੂ ਹੋ ਗਏ, ਦੂਜੀਆਂ ਸਾਹ ਤਕਲੀਫਾਂ ਘਟ ਗਈਆਂ ਜੀ। ਸੋ ਕਾਫੀ ਕਰੋਨਾ ਤੇ ਮੈਂ ਤਾਂ ਸੋਚਿਆ ਕਿ ਇੱਕ ਸਬਕ ਦਿੱਤਾ ਵਾ ਜੀ। ਤੁਹਾਨੂੰ ਚੰਗੀ ਵਧੀਆ ਜ਼ਿੰਦਗੀ ਜੀਣ ਦਾ। ਜੀ। ਕਿਤੇ ਕਿਉਂ ਨਾ ਇਹਦਾ ਇਸ ਚੀਜ਼ ਦਾ ਹੀ ਫਾਇਦਾ ਉਠਾਇਆ ਜਾਏ। ਜੀ, ਬਿਲਕੁਲ। ਇੱਕ ਲਾਈਫ ਸਟਾਈਲ ਵਧੀਆ ਰੱਖਿਆ ਜਾਏ ਤੇ ਕੀਤਾ ਜਾਵੇ। ਜੀ। ਤੇ ਸਾਹ ਦੀ ਤਕਲੀਫਾਂ ਜਿਹੜੀਆਂ ਸੀਗੀਆਂ, ਖੈਰ COPD ਵਗੈਰਾ ਵਾਲੇ ਮਰੀਜ਼ ਕਰੋਨਾ ਕਾਲ ਦੇ ਦੌਰਾਨ ਥੋੜੇ ਜ਼ਿਆਦਾ ਸਫਰ ਕੀਤੇ, ਅਸਥਮਾ ਵਾਲੇ ਜ਼ਿਆਦਾ ਸਫਰ ਕੀਤੇ। ਜੀ। ਜੀ। ਅੱਛਾ ਡਾਕਟਰ ਸਾਹਿਬ, ਅਸੀਂ ਗੱਲ ਕਰਦੇ ਹਾਂ ਦਵਾਈਆਂ ਦੀ, ਕਿਉਂਕਿ ਇਹਦੇ ਵਿੱਚ ਦਵਾਈਆਂ ਆਪਣਾ ਇੱਕ ਬੜਾ ਵਧੀਆ ਰੋਲ ਅਦਾ ਕਰਦੀਆਂ। ਜਿਵੇਂ ਤੁਸੀਂ ਇਨਹੇਲਰ ਦੀ ਗੱਲ ਕੀਤੀ ਹੈ, ਕਿੰਨੀਆਂ ਕੁ ਮਹਿੰਗੀਆਂ ਨੇ ਦਵਾਈਆਂ ਅਗਰ ਜੇ ਕਿਸੇ ਨੂੰ ਦਮਾ ਹੋ ਜਾਂਦਾ? ਕਿਉਂਕਿ ਕਈ ਵਾਰੀ ਕਹਿੰਦੇ ਨਾ ਕਿ ਆਮ ਲੋਕ ਜਿਹੜੇ ਨੇ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਸਾਰਾ ਕੁਝ। ਕਿੰਨੀਆਂ ਕੁ ਦਵਾਈਆਂ ਖਾਣੀਆਂ ਪੈਂਦੀਆਂ ਨੇ? ਕਿੰਨਾ ਲੰਬਾ ਸਮਾਂ ਜਿਹੜੀ ਦਵਾਈ ਚੱਲਦੀ ਆ? ਦੇਖੋ ਦਵਾਈਆਂ, ਪਹਿਲੀ ਗੱਲ ਤਾਂ ਜਿਹੜੀ ਬ੍ਰੌਂਕਲ ਐਸਮਾ ਦੀ ਮੈਡੀਸਨ ਆ ਨਾ, ਉਹ ਕੋਈ ਜ਼ਿਆਦਾ ਮਹਿੰਗੀ ਨਹੀਂ ਹੈ ਜੀ। ਨੀਲਰ ਦੀ ਕੋਈ ਖਾਸ ਕੋਸਟ ਨਹੀਂ ਹੈ। 400-500 ਰੁਪਏ ਦਾ ਨੀਲਰ ਇੱਕ ਮਹੀਨਾ ਚੱਲ ਜਾਂਦਾ ਜੀ। ਇੱਕ ਵਾਰੀ ਨੀਲਰ ਆਪਾਂ ਲੈ ਲਈਏ ਤਾਂ 2 ਮਹੀਨੇ ਬਾਅਦ ਤੋਂ ਲੈਣਾ ਪੈਂਦਾ ਜੀ। ਸੋ ਦੋ ਤਰ੍ਹਾਂ ਦੇ ਨੀਲਰ ਆ, ਸਸਤੇ ਨੀਲਰ ਵੀ ਹੈਗੇ ਆ। ਸੋ ਬ੍ਰੌਂਕਲ ਐਸਮਾ ਦੀ ਮੈਡੀਸਨ ਮੇਰੇ ਹਿਸਾਬ ਨਾਲ ਬਿਲਕੁਲ ਕਾਸਟਲੀ ਨਹੀਂ ਹੈ ਜੀ। ਇੱਕ ਵਹਿਮ ਹੈ ਕਿ ਇਨਹੇਲਰ ਹੈ, ਮੈਨੂੰ ਲੈਣਾ ਪਊਗਾ, ਲੋਕੀ ਕੀ ਕਹਿਣਗੇ। ਆਪਣੇ ਤੇ ਬੜਾ ਜ਼ਿਆਦਾ ਹੈਗਾ ਨਾ ਜੀ। ਪਰ ਹੁਣ ਤਾਂ ਬੜੇ ਸੋਹਣੇ ਫੈਸ਼ਨੇਬਲ ਨੀਲਰ ਬਣ ਗਏ। ਲੇਡੀਜ਼ ਨੇ ਆਪਣੇ ਪਰਸੇ 'ਚ ਰੱਖਿਆ ਹੋਇਆ ਜੀ। ਉਹ ਪਤਾ ਹੀ ਨਹੀਂ ਲੱਗਦਾ ਤੁਹਾਡੇ ਕਿ ਕੋਈ ਆਪਣਾ ਕਾਸਮੈਟਿਕ ਮਟੀਰੀਅਲ ਹੈ ਕਿ ਤੁਹਾਡਾ ਇਨਹੇਲਰ ਹੈ। ਸੋ ਇਹ ਕੋਈ ਐਸੀ ਗੱਲ ਨਹੀਂ ਹੈਗੀ, ਪਰ ਇਹ ਹੈ ਕਿ ਇਹਨੂੰ ਸਹੀ ਤਰੀਕੇ ਨਾਲ ਸਹੀ ਟਾਈਮ ਤੇ ਇਹਦਾ ਸਹੀ ਉਪਯੋਗ ਕਰਨ ਨਾਲ ਆਪਾਂ ਜਿਹੜਾ ਫੇਫੜੇ ਦੀ ਬਚਾ ਲਾਂਗੇ। ਸਿਹਤ ਹੈਗੀ ਤਾਂ ਸਾਰਾ ਕੁਝ ਹੈਗਾ ਜੀ। ਸੋ ਆਪਾਂ ਫੋਕਸ ਸਿਹਤ ਤੇ ਕਰੀਏ ਤਾਂ ਬਹੁਤ ਜ਼ਰੂਰੀ ਹੈ। ਇੱਕ ਫੇਫੜਾ ਦੀ ਚੰਗੀ ਸਿਹਤ, ਸਾਹ ਦੀ ਕੋਈ ਬਿਮਾਰੀ ਨਾ ਹੋਵੇ। ਮੈਂ ਤਾਂ ਹਮੇਸ਼ਾ ਪ੍ਰੇ ਕਰਦਾ ਕਿਸੇ ਮਰੀਜ਼ ਨੂੰ ਸਾਹ ਦੀ ਤਕਲੀਫ ਨਾ ਹੋਵੇ। ਅੱਛਾ ਡਾਕਟਰ ਸਾਹਿਬ, ਇਨਹੇਲਰ ਤੋਂ ਇਲਾਵਾ ਕੋਈ ਦਵਾਈਆਂ ਵੀ ਲਗਾਤਾਰ ਲੈਣੀਆਂ ਪੈਂਦੀਆਂ ਨੇ ਜਾਂ ਫਿਰ ਮਤਲਬ ਇਨਹੇਲਰ ਦੇ ਹੀ ਜਿਹੜਾ ਕੰਮ ਸਰ ਜਾਂਦਾ ਤਾਂ ਬੰਦਾ ਇਨਸਾਨ ਜਿਹੜਾ ਉਹ ਠੀਕ ਹੋ ਜਾਂਦਾ? ਨਹੀਂ, ਇਨਹੇਲਰ ਦੇ ਨਾਲ ਮੈਡੀਸਨ ਵੀ ਲੈਣੀਆਂ ਪੈਂਦੀਆਂ। ਕਈ ਵਾਰੀ ਸਾਨੂੰ ਬ੍ਰੌਂਕੋਡਾਇਲੇਟਰ ਦੇਣੇ ਪੈਂਦੇ, ਬੜੇ ਸੇਫ ਹੈ, ਜਿਹੜੀ ਫੇਫੜੇ ਨੂੰ ਫੈਲਾਉਂਦੀਆਂ। ਗੋਲੀਆਂ ਵੀ ਦੇਣੀਆਂ ਪੈਂਦੀਆਂ। ਜੇ COPD ਦੀ ਤਕਲੀਫ ਹੈ ਤਾਂ ਉਹਦੇ ਵਿੱਚ ਵੀ ਇਨਹੇਲਰ ਟਾਈਪ ਡਿਫਰੈਂਟ ਹੋ ਜਾਂਦੀ ਹੈ, ਉਹ 'ਚ ਸਾਲਟ ਡਿਫਰੈਂਟ ਹੋ ਜਾਂਦਾ, ਉਹਦੇ ਵਿੱਚ ਵੀ ਇਨਹੇਲਰ ਲੈਣਾ ਪੈਂਦਾ। ਪਰ ਉਹਦੇ ਨਾਲ ਕਈ ਵਾਰੀ ਐਂਟੀਬਾਇਓਟਿਕ ਕਾਫੀ ਲੈਣੀਆਂ ਪੈਂਦੀਆਂ। ਸੋ ਉੱਥੇ ਐਂਟੀਬਾਇਓਟਿਕ ਦਾ ਰੋਲ ਆ, ਫਰਕ ਬੜਾ ਵੱਡਾ ਹੈਗਾ। ਦੇਖੋ ਨਾ, ਜੇ ਤੁਹਾਡਾ ਡਾਇਗਨੋਸ ਗਲਤ ਹੈਗਾ, COPD ਇੱਕ ਬ੍ਰੌਂਕਲ ਐਸਮਾ ਹੈਗਾ, ਹੁਣ ਤੁਸੀਂ ਜੇ ਕੈਮੀ ਸ਼ਾਪ ਤੋਂ ਸਿੱਧੀ ਦਵਾਈ ਲੈ ਲਈ, ਉਹਨੇ ਤਾਂ ਐਂਟੀਬਾਇਓਟਿਕ ਵੀ ਇੱਦਾਂ ਹੀ ਦੇ ਦੇਣੀ ਹੈ ਕਿਉਂਕਿ ਓਵਰ ਦੀ ਕਾਊਂਟਰ ਐਂਟੀਬਾਇਓਟਿਕ ਅਵੇਲੇਬਲ ਹੈ। ਆਪਣੇ ਤਾਂ ਐਂਟੀਬਾਇਓਟਿਕ ਜਿੰਨੀਆਂ ਮਰਜ਼ੀ ਖਰੀਦ ਲਓ, ਤਾਂ ਪੈਸੇ ਦੇਣੇ, ਕੈਮਿਸਟ ਤੋਂ ਲੈ ਲਓ। ਸੋ ਬ੍ਰੌਂਕਲ ਐਸਮਾ ਦੇ ਵਿੱਚ ਐਂਟੀਬਾਇਓਟਿਕ ਦੀ ਨਹੀਂ ਜ਼ਰੂਰਤ ਹੁੰਦੀ, ਉਹ ਉਹਨਾਂ ਸਗੋਂ ਹੋਰ ਰੈਜ਼ਿਸਟੈਂਸ ਘਟਾਉਣਗੀਆਂ। ਸੋ ਇੱਕ ਪ੍ਰੋਪਰ ਡਾਈਟ, ਇੱਕ ਪ੍ਰੋਪਰ ਮੈਡੀਸਨ, ਤੇ ਬਹੁਤ ਜ਼ਿਆਦਾ ਮੈਡੀਸਨ ਨਹੀਂ ਲੈਣੀ ਪੈਂਦੀ। ਥੋੜਾ ਜਿਹਾ ਹੋ ਸਕਦਾ COPD ਦੇ ਵਿੱਚ ਲੈਣੀ ਪੈਂਦੀ ਹੋਵੇ ਕਿਉਂਕਿ COPD ਜਿਹੜੀ ਤਕਲੀਫ ਹੈ ਨਾ, ਅਲਟੀਮੇਟਲੀ ਉਹਨੇ ਹਾਰਟ ਤੇ ਵੀ ਅਸਰ ਕਰਨਾ। ਹਾਰਟ ਤੇ ਅਸਰ ਕਰਕੇ ਫਿਰ ਹਾਰਟ ਦੀ ਮੈਡੀਸਨ ਨਾਲ ਸ਼ੁਰੂ ਹੋ ਜਾਂਦੀਆਂ। ਸੋ ਇਹ ਇੱਕ ਤਰ੍ਹਾਂ ਦਾ ਨਾ ਫਿਰ ਕਾਫੀ ਗੁੰਝਲਦਾਰ ਜਿਹਾ ਕੰਮ ਹੋ ਜਾਂਦਾ। ਅਕਸਰ ਡਾਕਟਰ ਸਾਹਿਬ ਕਹਿੰਦੇ ਨੇ ਕਿ ਕੁੜੀ ਨੂੰ ਜੀ ਸਾਹ ਦੀ ਪ੍ਰੋਬਲਮ ਹੈ ਜਾਂ ਦਮਾ ਹੈ ਨਾ, ਤੇ ਜਦੋਂ ਰਿਸ਼ਤਾ ਹੁੰਦਾ ਤੇ ਫਿਰ ਦੱਸ ਦਿੰਦੇ ਨੇ ਤੇ ਉਹ ਕਹਿੰਦੇ ਨੇ ਜੀ ਇਸ ਦਾ ਵਿਆਹ ਨਹੀਂ ਕਰਨਾ ਇਹਦੇ ਨਾਲ ਕਿਉਂਕਿ ਕੱਲ ਨੂੰ ਬੱਚਿਆਂ ਨੂੰ ਵੀ ਹੋ ਸਕਦਾ ਹੈ। ਕਿੰਨੀ ਕੁ ਜਿਹੜੀ ਬਿਮਾਰੀ ਹੈ ਅੱਗੇ ਬੱਚਿਆਂ ਨੂੰ ਆਪਣੇ ਮਾਂ-ਬਾਪ ਤੋਂ ਮਿਲਦੀ ਹੈ? ਬਹੁਤ ਘੱਟ ਹੈ, ਬਹੁਤ ਘੱਟ ਹੈ। ਇਹ ਮੈਂ ਤਾਂ ਕਹੂੰਗਾ ਕਿ ਇਹ ਇੱਕ ਬੜਾ ਵੱਡਾ ਭਰਮ ਹੈ। ਜੇ ਮਦਰ ਨੂੰ ਸਾਹ ਦੀ ਤਕਲੀਫ ਹੈ, ਕੁਝ ਤਾਂ ਜਿੰਨੇ ਇੰਟੈਲੀਜੈਂਟ ਬੰਦੇ ਹੁੰਦੇ ਨਾ, ਜਿੰਨੇ ਇੰਟੈਲੀਜੈਂਟ ਬੱਚੇ ਹੁੰਦੇ ਆ ਜਾਂ ਜਿੰਨੇ ਸੈਂਸਿਟਿਵ ਹੁੰਦੇ ਆ, ਜਿਹੜੇ ਹੂ ਆਰ ਮੋਰ ਫੇਥਫੁਲ, ਉਹ ਐਸਮੈਟਿਕ ਹੁੰਦੇ ਆ। ਇਸ ਹੋਰ ਪੁਆਇੰਟ ਹੈ। ਸੋ ਇਹ ਕੋਈ ਪੁਆਇੰਟ ਨਹੀਂ ਹੈ ਕਿ ਜੇ ਸਾਹ ਦੀ ਤਕਲੀਫ ਆ ਬੱਚੇ ਨੂੰ ਹੋ ਜਾਏਗੀ, ਨਹੀਂ, ਇਹ ਕੋਈ ਗੱਲ ਨਹੀਂ ਹੈਗੀ। ਨਾਲੇ ਇਹ ਤਾਂ ਕੰਟਰੋਲ ਹੋਣ ਵਾਲੀ ਤਕਲੀਫ ਆ ਨਾ, ਇਹਦੇ ਤੋਂ ਪ੍ਰੋਬਲਮ ਹੀ ਕੋਈ ਨਹੀਂ। ਜਿਹਦਾ ਇਲਾਜ ਹੈਗਾ ਵਾ, ਪ੍ਰੋਪਰ ਹੈਗਾ, ਬੰਦਾ ਨੋਰਮਲ ਲਾਈਫ ਲੀਡ ਕਰ ਸਕਦਾ। ਬੜੇ ਅੱਛੇ ਪਲੇਅਰ ਹੈ ਐਸਮੈਟਿਕ ਹੈ, ਬਹੁਤ ਅੱਛੇ ਫਿਲਮ ਸਟਾਰ ਹੈ, ਸੈਲੀਬ੍ਰਿਟੀਜ਼ ਹੈ ਜਿਹੜੇ ਐਸਮੈਟਿਕ ਹੈ। ਕਰੋਨਾ ਦੇ ਵਿੱਚ ਤਾਂ ਜਿਹਨੂੰ ਕਦੀ ਸੀਗਾ ਵੀ ਨਹੀਂ, ਉਹਨੂੰ ਵੀ ਹੋਇਆ। ਕਰੋਨਾ ਕਾਲ ਦੇ ਦੌਰਾਨ ਅਸੀਂ ਬੜੇ ਬੰਦਿਆਂ ਨੂੰ ਇਨਹੇਲਰ ਦਿੱਤੇ ਹੈ, ਉਹਨਾਂ ਨੇ ਇਨਹੇਲਰ ਯੂਜ਼ ਕੀਤੇ ਹੈ ਤੇ ਬੜਾ ਸੋਹਣਾ ਰਿਕਵਰ ਕੀਤੇ। ਡਾਕਟਰ ਸਾਹਿਬ, ਮੈਂ ਚਾਹਾਂਗੀ ਕਿ ਇੱਕ ਵਾਰੀ ਤੁਸੀਂ TB ਤੇ ਦਮੇ ਦੇ ਵਿੱਚ ਕਿੰਨਾ ਕੁ ਫਰਕ ਹੈ, ਕਿੰਨਾ ਕੁ ਅੰਤਰ ਹੈ, ਇਹਦੇ ਬਾਰੇ ਜ਼ਰੂਰ ਦੱਸਿਓ ਕਿਉਂਕਿ ਲੋਕਾਂ ਨੂੰ ਇਹਦੇ ਪ੍ਰਤੀ ਬਹੁਤ ਜ਼ਿਆਦਾ ਵਹਿਮ ਹੈ ਕਿ ਜੇ ਕਿਸੇ ਨੂੰ ਦਮਾ ਹੋ ਗਿਆ ਤੇ ਪੱਕਾ ਇਹਨੂੰ TB ਵੀ ਹੋ ਸਕਦਾ। ਵੈਸੇ ਬੜਾ ਸੋਹਣਾ ਸਵਾਲ ਹੈ। ਬੜੀ ਵਾਰੀ ਸਾਡੇ ਕੋਲ ਮਰੀਜ਼ ਆਉਂਦੇ ਕਹਿੰਦੇ ਜੀ ਮੇਰੀ ਬਿਮਾਰੀ TB ਤਾਂ ਨਹੀਂ ਹੋ ਗਈ? TB ਹੋ ਗਈ ਨਹੀਂ, ਜੇ TB ਹੈਗੀ ਤਾਂ ਹੈਗੀ, ਨਹੀਂ ਤਾਂ ਨਹੀਂ ਹੈਗੀ। ਕਿਉਂਕਿ TB ਇੱਕ ਬੈਕਟੀਰੀਅਲ ਡਿਜ਼ੀਜ਼ ਆ, ਮਾਈਕੋਬੈਕਟੀਰੀਅਮ ਟਿਊਬਰਕਲੋਸਿਸ ਹੁੰਦਾ। ਉਹ ਕੀ ਹੁੰਦਾ ਵਾ
ਜਦੋਂ ਬੰਦਾ ਖਾਂਸੀ ਕਰਦਾ, ਜਿਹਨੂੰ ਟੀਬੀ ਦੀ ਤਕਲੀਫ ਹੈ ਜੀ, ਉਹ ਜਦੋਂ ਖਾਂਸੀ ਕਰਦਾ ਉਹ ਤੁਬਕਿਆਂ ਦੇ ਰੂਪ ਦੇ ਵਿੱਚ ਕੀਟਾਣੂ ਨਾ ਹਵਾ ਦੇ ਵਿੱਚ ਸਿੱਟਦਾ ਜੀ। ਜਿਹੜਾ ਸਿਹਤਮੰਦ ਬੰਦਾ ਜਦੋਂ ਉਹਦੇ ਅੰਦਰ ਚਲੇ ਜਾਂਦੇ ਆ, ਜਦੋਂ ਬਹੁਤ ਜ਼ਿਆਦਾ ਤਾਦਾਦ ਵਿੱਚ ਚਲੇ ਜਾਂਦੇ ਆ, ਫਿਰ ਉਹ ਕਈ ਵਾਰੀ ਉਹਦੇ ਨਾਲ ਟੀਬੀ ਨਾਲ ਉਹ ਬੰਦਾ ਵੀ ਗ੍ਰਸਤ ਹੋ ਜਾਂਦਾ। ਟੀਬੀ ਉਦੋਂ ਖਤਰਨਾਕ ਹੋ ਜਾਂਦੀ ਹੈ ਜਦੋਂ ਇਹਦਾ ਵੀ ਇਲਾਜ ਸਹੀ ਨਾ ਕਰਾਇਆ ਜਾਏ ਜੀ। ਟੀਬੀ ਇੱਕ ਇਲਾਜਯੋਗ ਬਿਮਾਰੀ ਹੈ, ਸਮੇਂ ਦੀ ਹੈ। ਜੇ ਸਪੋਜ਼ ਉਹਦਾ ਡਾਇਗਨੋਸ ਹੋ ਗਿਆ, ਉਹਨੇ 6 ਮਹੀਨੇ ਦਵਾਈ ਖਾਣੀ, ਫਿਰ ਠੀਕ ਹੋ ਜਾਣਾ ਜੀ। ਉਹ ਪਰਮਾਨੈਂਟ ਕਿਉਰ ਹੈ ਹਮੇਸ਼ਾ ਲਈ ਜੀ। ਨੁਕਸਾਨ ਉਦੋਂ ਹੀ ਹੁੰਦਾ ਜੇ ਬੰਦਾ ਵਿੱਚ ਬਿਮਾਰੀ ਜੇ ਦਵਾਈ ਛੱਡ ਦਿੰਦਾ। ਹਾਲਾਂਕਿ ਸਰਕਾਰ ਵੱਲੋਂ, ਭਾਰਤ ਸਰਕਾਰ ਵੱਲੋਂ ਫ੍ਰੀ ਦਵਾਈ ਅਵੇਲੇਬਲ ਹੈ ਜੀ, ਹਰ ਤਰ੍ਹਾਂ ਦੀ। ਉਹਨਾਂ ਦੇ ਘਰ ਤੱਕ ਦਵਾਈ ਪਹੁੰਚਦੀ ਹੈ ਜੀ। ਇੱਕ ਇੱਕ ਗੋਲੀ ਦਾ ਮੋਨੀਟਰ ਕੀਤਾ ਜਾਂਦਾ ਵਾ। ਬੜਾ ਹੀ ਸੋਹਣਾ ਇਹ ਪ੍ਰੋਗਰਾਮ ਹੈਗਾ ਸਰਕਾਰ ਦਾ। ਥਾਂ ਥਾਂ ਡਾਟ ਸੈਂਟਰ ਬਣਾਏ ਗਏ ਜੀ। ਕੁਛ ਵੀ ਨਹੀਂ ਹੈ, ਜੇ ਤੁਹਾਨੂੰ 2 ਹਫ਼ਤੇ ਤੋਂ ਜ਼ਿਆਦਾ ਦੀ ਖਾਂਸੀ ਹੈ, ਕਿਸੇ ਨੂੰ ਵੀ ਕੁਛ ਨਾ ਕਰਾਓ, ਜਾਓ ਆਪਣੀ ਬਲਗਮ ਜਾਂਚ ਕਰਾ ਲਓ ਜੀ। 90% ਤੁਹਾਨੂੰ ਟੀਬੀ ਹੈ ਤੇ ਬਲਗਮ ਦੇ ਵਿੱਚ ਪੋਜ਼ਿਟਿਵ ਆ ਜਾਏਗਾ ਜੀ। ਜੇ ਬਲਗਮ ਦੇ ਵਿੱਚ ਕੀਟਾਣੂ ਪੋਜ਼ਿਟਿਵ ਆ ਗਏ, ਟੀਬੀ ਦਵਾਈ ਸ਼ੁਰੂ ਹੋ ਜਾਏਗੀ, 6 ਮਹੀਨੇ ਬਾਅਦ ਤੁਸੀਂ ਠੀਕ ਹੋ ਜਾਣਾ ਜੀ। ਸੋ ਇਹਦਾ ਸਭ ਤੋਂ ਵੱਡਾ ਨੁਕਸਾਨ ਇੱਕੋ ਹੈ, ਕਿਉਂਕਿ ਖਾਂਸੀ ਨੂੰ ਇਗਨੋਰ ਕੀਤਾ ਜਾਂਦਾ ਜੀ। ਟੀਬੀ ਦਾ ਕਿਉਂ ਇਲਾਜ ਹੁੰਦੀ, ਜ਼ਿਆਦਾਤਰ ਕੀ ਹੁੰਦਾ ਕਿ ਬੰਦੇ ਨੂੰ ਆਪਾਂ ਜਿੱਦਾਂ ਆਦਤ ਹੈ ਜੀ, ਛੋਟੀ ਮੋਟੀ ਖਾਂਸੀ ਆਪਾਂ ਮਹੀਨਾ 2 ਮਹੀਨੇ ਤਾਂ ਵੈਸੇ ਨਹੀਂ ਦੇਖਣਾ ਜੀ। ਵੀ ਖਾਂਸੀ ਹੋ ਗਈ, ਚੱਲ ਕੋਈ ਗੱਲ ਨਹੀਂ, ਖਾਂਸੀ ਹੈ, ਫਿਰ ਕਫ ਸਿਰਪ ਪੀ ਲਿਆ, ਉਹ ਪੀ ਲਿਆ, ਉਹ ਪੀ ਲਿਆ, ਕਦੀ ਆਯੁਰਵੈਦਿਕ ਦਵਾਈ ਲੈ ਲਈ, ਕਦੀ ਉਹ ਲੈ ਲਈ। ਲੇਕਿਨ ਜਿਹੜੀ ਖਾਂਸੀ ਲੰਬੀ ਹੋ ਜਾਂਦੀ ਹੈ, ਉਹਨੂੰ ਡਾਇਗਨੋਸ ਕਰਾਉਣਾ ਜ਼ਰੂਰੀ ਹੁੰਦਾ ਜੀ। ਕੋਈ ਵੀ ਖਾਂਸੀ 2 ਹਫ਼ਤੇ ਜ਼ਿਆਦਾ ਆਪਾਂ ਸਸਪੈਕਟ ਕਰਕੇ ਚੱਲੀਦਾ ਵੀ ਉਹਨੂੰ ਟੀਬੀ ਹੈ ਜੀ। ਡਾਇਗਨੋਸ ਬੜਾ ਸਿੰਪਲ ਹੈਗਾ, ਜੋ ਡਾਇਗਨੋਸ ਹੋਵੇ ਉਹਦਾ ਟ੍ਰੀਟਮੈਂਟ ਹੋ ਜਾਂਦਾ। ਲੇਕਿਨ ਜੇ ਵਿੱਚ ਇਲਾਜ ਅਧੂਰਾ ਛੱਡ ਦਿੱਤਾ ਜੀ, ਫਿਰ ਜਿਹੜੇ ਟੀਬੀ ਦੇ ਕੀਟਾਣੂ ਆ ਉਹ ਹੋਰ ਤਾਕਤ ਨਾਲ ਆਉਂਦੇ ਆ, ਫਿਰ ਸਾਰੀ ਉਮਰ ਨਹੀਂ ਠੀਕ ਹੁੰਦਾ ਬੰਦਾ ਕਈ ਵਾਰ ਜੀ। ਡਾਕਟਰ ਸਾਹਿਬ, ਇਹ ਜ਼ਰੂਰੀ ਹੈ ਕਿ ਜੇ ਇਨ ਕੇਸ ਮੰਨ ਲਓ ਕਿਸੇ ਇਨਸਾਨ ਨੂੰ 15 ਤੋਂ 20 ਦਿਨ ਜਿਹੜਾ ਖਾਂਸੀ ਆ ਗਈ ਤੇ ਉਹ ਟੀਬੀ ਹੀ ਹੋਵੇ? ਨਹੀਂ, ਕੋਈ ਜ਼ਰੂਰੀ ਨਹੀਂ ਹੈ, ਕੋਈ ਜ਼ਰੂਰੀ ਨਹੀਂ ਹੈ। ਇਹ ਵੈਸੇ ਅਸੀਂ ਇਸ ਲਈ ਰੱਖਿਆ ਹੋਇਆ ਕਿ ਲੋਕੀ ਇਸ ਬਿਮਾਰੀ ਨੂੰ ਇਗਨੋਰ ਨਾ ਕਰਨ ਜੀ, ਕਿਉਂਕਿ ਜੇ 15-20 ਦਿਨ ਉਹਨਾਂ ਦਵਾਈਆਂ ਤਾਂ ਬਥੇਰੀਆਂ ਲੈ ਲਈਆਂ ਹੋਣੀਆਂ ਜੀ, ਇਹਦਾ ਮਤਲਬ ਉਹਦੀ ਖਾਂਸੀ ਠੀਕ ਤਾਂ ਨਹੀਂ ਹੋ ਰਹੀ। ਹਾਲਾਂਕਿ ਡਾਕਟਰ ਈਜ਼ੀਲੀ ਡਾਇਗਨੋਸ ਕਰ ਸਕਦਾ ਕਿ ਇਹਨੂੰ ਬ੍ਰੌਂਕੀਅਲ ਐਸਮਾ, COPD ਹੈ ਤੇ ਇਹਦੀ ਖਾਂਸੀ ਲੰਬੀ ਹੋ ਰਹੀ ਹੈ। ਲੇਕਿਨ ਟੀਬੀ ਇੱਕ ਛੁਪੀ ਹੋਈ ਬਿਮਾਰੀ ਹੁੰਦੀ, ਕਈ ਵਾਰੀ ਪਤਾ ਹੀ ਨਹੀਂ ਲੱਗਦਾ ਜੀ। ਜਿੰਨੀਆਂ ਮਰਜ਼ੀ ਬਿਮਾਰੀ ਨੂੰ ਕਈ ਵਾਰੀ ਪਤਾ ਹੀ ਲੱਗਦਾ ਕਿ ਨਾਲ ਟੀਬੀ ਵੀ ਸੀਗੀ। ਖਾਂਸੀ ਤੋਂ ਇਲਾਵਾ ਇਹਦੇ ਕੋਈ ਹੋਰ ਲੱਛਣ ਵੀ ਹੈਗੇ ਨੇ? ਖਾਂਸੀ ਤੋਂ ਇਲਾਵਾ ਇੱਦਾਂ ਲੱਛਣ ਹੈਗੇ, ਜੇ ਟੀਬੀ ਤਕਰੀਬਨ ਸਰੀਰ ਦੇ ਹਰ ਹਿੱਸੇ 'ਤੇ ਅਸਰ ਕਰਦੀ ਜੀ। ਜੇ ਅੱਖਾਂ ਦੀ ਟੀਬੀ ਹੈ, ਉਹਨੂੰ ਹੋਰ ਤਰ੍ਹਾਂ ਅਸਰ ਕਰੇਗਾ। ਪੇਟ ਦੀ ਟੀਬੀ ਹੋਰ ਤਰ੍ਹਾਂ, ਜੈਨੀਟੋ ਯੂਰੀਨਰੀ, ਕਈ ਵਾਰੀ ਜਿਹੜਾ ਔਰਤਾਂ 'ਚ ਬਾਂਝਪਨ ਦਾ ਕਾਰਨ ਬੜਾ ਵੱਡਾ ਹੈ ਜੀ। ਤੇ ਇੱਕ ਟੀਬੀ ਹੋਰ ਜਿਹੜੀ ਬੜੀ ਭਿਆਨਕ ਹੁੰਦੀ, ਉਹ ਸਪਾਈਨ ਦੀ ਹੁੰਦੀ ਹੈ। ਪਿੱਛੇ ਸਪਾਈਨ ਦੀ ਟੀਬੀ ਹੈ, ਉਹ ਵੀ ਕਈ ਵਾਰੀ ਬੰਦਾ ਡਿਸਕ ਦੀ ਦਰਦ ਕਰਾ ਕੇ ਮਿਲਾ ਕੇ ਤੁਰਿਆ ਫਿਰਦਾ ਹੁੰਦਾ। ਉਹ ਉਦੋਂ ਆਉਂਦੀ ਹੈ ਜਦੋਂ ਪੂਰਾ ਬੰਦਾ ਡਿੱਗ ਚੁੱਕਾ ਹੁੰਦਾ, ਫਿਰ ਕਈ ਉਹਦਾ ਨੀਚੇਲਾ ਪਾਸਾ ਖੜ ਜਾਂਦਾ ਤੇ ਬਿਮਾਰੀ ਲਾਇਲਾਜ ਵੀ ਪਹੁੰਚ ਜਾਂਦੀ ਹੈ ਜਾਂ ਲੰਬਾ ਇਲਾਜ ਹੋ ਜਾਂਦਾ। ਪਰ ਮੈਂ ਬਾਰ-ਬਾਰ ਦੱਸਣਾ ਚਾਹੂੰਗਾ ਕਿ ਟੀਬੀ ਇੱਕ ਇਲਾਜਯੋਗ ਬਿਮਾਰੀ ਹੈ। ਜਿਹੜੀ ਬਿਮਾਰੀ ਦਾ ਹੱਲ ਹੈਗਾ ਦਵਾਈ ਖਾਧੀ ਠੀਕ ਹੋ ਜਾਣਾ, ਉਹ ਵਧੀਆ ਚੀਜ਼ ਹੈ, ਚਲ ਠੀਕ ਤਾਂ ਹੋ ਜਾਣੀ ਨਾ ਜੀ। ਬਾਕੀ ਨਾਲੋਂ ਇਸ ਤਰ੍ਹਾਂ ਠੀਕ ਹੈ, ਪਰ ਗੱਲ ਇਹ ਹੈ ਵੀ ਕੋਈ ਵੀ ਸਾਡੇ ਸਰੀਰ 'ਚ ਲੱਛਣ ਆਉਂਦਾ ਵਾ, ਉਹਨੂੰ ਇਗਨੋਰ ਨਹੀਂ ਕਰਨਾ। ਟੀਬੀ ਦਾ ਖਾਸ ਕਰਕੇ ਹੁੰਦਾ, ਕਈ ਵਾਰੀ ਖਾਂਸੀ ਨਾਲ ਬਲਗਮ ਆਉਂਦੀ ਹੈ, ਹਲਕਾ ਹਲਕਾ ਬੁਖਾਰ ਹੁੰਦਾ, weight loss ਹੁੰਦਾ ਵਾ, ਭੁੱਖ ਘਟ ਜਾਂਦੀ ਹੈ, ਰਾਤ ਨੂੰ ਸੌਣ ਲੱਗਿਆ ਪਸੀਨਾ ਆਉਂਦਾ, ਤੇ ਕਈ ਵਾਰੀ ਖਾਂਸੀ ਨਾਲ ਖੂਨ ਆਉਂਦਾ ਜੀ। ਜਦੋਂ ਖਾਂਸੀ ਨਾਲ ਖੂਨ ਜਾਂ ਇੱਦਾਂ ਦੇ ਲੱਛਣ ਆਉਣ, ਲੰਬੀ ਹੋਵੇ, ਕਮਜ਼ੋਰੀ ਹੋਗੀ, ਤੁਸੀਂ ਦੇਖੋਗੇ ਬੰਦਾ ਹੱਟਾ ਕੱਟਾ ਲੰਬਾ ਚੌੜਾ ਹੋਏਗਾ, ਪਰ ਜਦੋਂ ਉਹਦਾ weight ਕਰਾਂਗੇ ਉਹ ਹੋ ਗਿਆ 40 ਕਿਲੋ 42 ਕਿਲੋ। ਸੋ ਉਦੋਂ ਡਾਇਗਨੋਸ ਕਰਾਓ, ਆਪਣਾ ਐਕਸਰੇ ਕਰਾਓ, ਸਰਕਾਰ ਵੱਲੋਂ ਫੈਸਿਲਿਟੀ ਅਵੇਲੇਬਲ ਆ ਜੀ, ਫ੍ਰੀ ਦੀ ਦਵਾਈ ਹੈ, 6 ਮਹੀਨੇ ਠੀਕ ਹੋ। ਬਿਲਕੁਲ। ਸੋ ਇਹ ਫਰਕ ਸੀ ਸਾਡਾ ਟੀਬੀ ਔਰ ਦਮੇ ਦਾ। ਤੇ ਜਦੋਂ ਗੱਲ ਕਰਦੇ ਹਾਂ ਅਸੀਂ ਦਮੇ ਦੀ, ਡਾਕਟਰ ਸਾਹਿਬ ਇਨਹੇਲਰ ਜਦੋਂ ਅਸੀਂ ਲੈਣ ਲੱਗ ਪੈਂਦੇ ਹਾਂ, ਕੀ ਸਾਰੀ ਜ਼ਿੰਦਗੀ ਉਹ ਸਾਡਾ ਨਾਲ ਚੱਲਦਾ ਹੈ ਜਾਂ ਕੁਝ ਸਮਾਂ ਪਾ ਕੇ ਅਸੀਂ ਉਹਨੂੰ ਛੱਡ ਸਕਦੇ ਹਾਂ ਤੇ ਸਾਡੀ ਜਿਹੜੀ ਬਿਮਾਰੀ ਹੈ ਉਹ ਠੀਕ ਹੋ ਸਕਦੀ ਹੈ? ਦੇਖੋ ਇੱਦਾਂ ਹੈਗਾ, ਇਹਦੇ ਵਿੱਚ ਮੈਂ ਪਹਿਲਾਂ ਵੀ ਜਿੱਦਾਂ ਜ਼ਿਕਰ ਕੀਤਾ ਕਿ ਟ੍ਰਿਗਰ ਫੈਕਟਰਸ ਹੈ ਜੀ। ਜਦੋਂ ਫੈਕਟਰਸ ਘਟ ਜਾਣ ਜਾਂ ਐਟਮੋਸਫੀਅਰ ਬਦਲ ਜਾਏ, ਬੰਦਾ ਹੁਣ ਜਿੱਦਾਂ ਜੇ ਸਪੋਜ਼ ਇੰਡੀਆ 'ਚ ਐਸਮੈਟਿਕ ਆ, ਕੈਨੇਡਾ ਚਲਾ ਗਿਆ ਜੇ ਉੱਥੇ ਮੌਸਮ ਠੀਕ ਹੈਗਾ ਵਾ, ਜੇ ਉਹਨੂੰ ਨਹੀਂ ਉਹ ਸੈਂਸਿਟੀਵਿਟੀ ਆਈ ਤਾਂ ਠੀਕ ਵੀ ਰਹੇਗਾ। ਬਾਕੀ ਮੈਂ ਸੋਚਦਾ ਇਹਨੂੰ ਐਜ਼ ਏ ਬਿਮਾਰੀ ਨਹੀਂ ਲੈਣਾ ਚਾਹੀਦਾ ਜੀ। ਇਹ ਇੱਕ ਅਲਰਜੀ ਕੰਡੀਸ਼ਨ ਹੈ, ਜਿੱਦਾਂ ਹੁਣ ਹੋਈ ਹੈ, ਹੋਣੀ ਤਾਂ ਹੋਣੀ ਹੈ। ਕਿਸੇ ਨੂੰ ਇਹ ਥੋੜਾ ਕਹਿ ਸਕਦੇ ਆਪਾਂ ਸਾਰੀ ਉਮਰ ਤੁਹਾਨੂੰ ਬੁਖਾਰ ਹੀ ਨਹੀਂ ਹੋਣਾ ਜੀ, ਹੈ ਨਾ, ਕਦੀ ਤਾਂ ਹੋਊਗਾ ਹੀ ਨਾ। ਫਿਰ ਜੇ ਸਪੋਜ਼ ਕਿਸੇ ਨੂੰ ਜ਼ੁਕਾਮ ਲੱਗਦਾ ਵਾ, ਆਪਾਂ ਕੋਈ ਗਰੰਟੀ ਨਹੀਂ ਦੇ ਸਾਰੀ ਉਮਰ ਜ਼ੁਕਾਮ ਨਹੀਂ ਲੱਗਦਾ। ਇਹ ਡਿਪੈਂਡ ਕਰਦਾ ਵੀ ਤੁਹਾਨੂੰ ਜ਼ੁਕਾਮ ਕਿੰਨਾ ਫਰੀਕੁਐਂਟਲੀ ਲੱਗਦਾ ਜਾਂ ਤੁਸੀਂ ਉਹਦਾ ਇਲਾਜ ਕਿੰਨਾ ਕਰਾਉਣਾ, ਬੋਡੀ 'ਚ ਰੈਜ਼ਿਸਟੈਂਸ ਤੁਹਾਡਾ ਕਿੰਨਾ ਕੁ ਹੈ ਤੇ ਤੁਹਾਡਾ ਲਾਈਫ ਸਟਾਈਲ ਕਿੱਦਾਂ ਜੀ। ਬਿਲਕੁਲ। ਸੋ ਬਹੁਤ ਚੰਗਾ ਲੱਗਾ, ਬਹੁਤ ਸਾਰੀ ਜਾਣਕਾਰੀ ਤੁਸੀਂ ਸਾਨੂੰ ਦਿੱਤੀ ਹੈ ਔਰ ਸਾਨੂੰ ਆਪਣੇ ਕੋਲ ਬੁਲਾਇਆ ਵੀ ਔਰ ਇਹ ਜਾਣਕਾਰੀ ਵੀ ਦਿੱਤੀ, ਇਸ ਵਾਸਤੇ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਮੈਂ ਵੀ ਬੜਾ ਧੰਨਵਾਦ ਕਰਦਾ ਰੌਣਕ ਪੰਜਾਬ ਦੀ ਚੈਨਲ ਆ, ਮੈਨੂੰ ਬਹੁਤ ਅੱਛਾ ਲੱਗਾ ਇਹ ਸਾਰੀ ਜਾਣਕਾਰੀ ਦੇ ਕੇ। ਸ਼ੁਕਰੀਆ।